ਇਹ ਜੰਗ ਜਿਹੜੀ ਹੈਗੀ ਆ ਸਿੱਖ ਹਿੰਦ ਜੰਗ ਜਿਹੜੀ ਸੀ ਉਹ ਤੈਅ ਸੀ। ਤੇ ਦੂਜੀ ਗੱਲ ਇਹ ਆ ਕਿ ਸੰਤ ਵੀ ਆਪਣੇ ਵੱਲੋਂ ਪੂਰੀ ਤਿਆਰੀ 'ਚ ਬੈਠੇ ਸਨ। ਇਹ ਕੀ ਕਾਰਨ ਬਣਿਆ ਕਿ ਇੰਡੀਅਨ ਸਟੇਟ ਆ ਜਿਹੜੀ ਉਹਦੀ ਆਪਣੀ ਟੈਰੀਟਰੀ ਦੇ ਵਿੱਚ ਇੱਕ ਪਾਰਟ ਦੇ ਉੱਪਰ ਇਵੇਂ ਚੜ੍ਹ ਕੇ ਆਈ ਜਿਵੇਂ ਕਿਸੇ ਬਗਾਨੇ ਮੁਲਕ ਨਾਲ ਜੰਗ ਲੜੀ ਜਾਂਦੀ? ਅਸਲ 'ਚ ਇਹ ਜਿਹੜੀ ਜੰਗ ਆ ਲੜੀ ਬਗਾਨਿਆਂ ਨਾਲ ਗਈ ਆ। ਉਹ ਸਾਡਾ ਭੁਲੇਖਾ ਵਾ ਕਿ ਅਸੀਂ ਉਹਨਾਂ ਨੂੰ ਆਪਣੇ ਸਮਝਦੇ ਹਾਂ। ਜਦੋਂ ਅਫਜ਼ਲ ਅਹਿਸਨ ਰੰਧਾਵਾ 5 ਸਦੀਆਂ ਦੇ ਵੈਰ ਦੀ ਗੱਲ ਕਰਦਾ, ਉਹ ਆਪਣੇ ਆਪ 'ਚ ਕੀ ਆ, ਉਹ ਬਹੁਤ ਕਲੀਅਰ ਆ। ਜਿਹੜੀ ਗੱਲ ਇੱਥੇ ਸਿੱਖਾਂ ਨੂੰ ਨਹੀਂ ਕਲੀਅਰ, ਉਹ ਉਧਰ ਬੈਠੇ ਇੱਕ ਮੁਸਲਮਾਨ ਨੂੰ ਕਲੀਅਰ ਆ, ਕਿਉਂਕਿ ਉਹਦੀ ਚੇਤਨਾ ਦਾ ਕਿਤੇ ਨਾ ਕਿਤੇ ਕੋਈ ਪੱਧਰ ਜਿਹੜਾ ਸੀ ਉਹ ਸਿੱਖ ਚੇਤਨਾ ਨਾਲ ਮਿਲਦਾ ਸੀ। ਉਸ ਚੀਜ਼ ਨੂੰ, ਉਸ ਪਰਚਮ ਨੂੰ ਬੁਲੰਦ ਕਰਨ ਲਈ ਜਿਹੜਾ ਹੈਗਾ ਇਹ ਸੰਘਰਸ਼ ਕਰਨਾ, ਸ਼ਹਾਦਤਾਂ ਦੇਣੀਆਂ ਅਕਾਲ ਤਖਤ ਸਾਹਿਬ ਤੇ ਬਹੁਤ ਜ਼ਰੂਰੀ ਸਨ। ਆਪਣੇ ਆਪ ਨੂੰ ਵੱਡੀ ਡੈਮੋਕ੍ਰੇਸੀ ਕਹਾਉਣ ਵਾਲੀ ਸਟੇਟ ਟੇਬਲ ਟਾਕ ਕਰ ਸਕਦੀ ਸੀ। ਆਖਰ ਇੰਨਾ ਲੰਮਾ ਮੋਰਚਾ ਵੀ ਚੱਲਿਆ, ਉਹਨਾਂ ਨੇ ਸਟੇਟ ਨੂੰ ਪੂਰਾ ਮੌਕਾ ਵੀ ਦਿੱਤਾ ਤੇ ਨਾਲ ਤਿਆਰੀ ਵੀ ਰੱਖੀ, ਇਹ ਜਾਣਦੇ ਹੋਏ ਕਿ ਇਹ ਟਕਰਾਅ ਅਟੱਲ ਆ। ਤੇ ਉਦੋਂ ਉਹ ਇਹ ਨਹੀਂ ਬਰਦਾਸ਼ਤ ਕਰ ਸਕਦੇ ਸੀ ਕਿ ਅਕਾਲ ਤਖਤ ਦੀ ਜਿਹੜੀ ਉਚਾਈ ਆ ਉਹ ਦਿੱਲੀ ਤਖਤ ਤੋਂ ਉੱਪਰ ਹੋਵੇ। ਉਹ ਤਾਂ ਸਿਧਾਂਤਕ ਤੌਰ 'ਤੇ ਤਾਂ ਉੱਚੀ ਹੈਗੀ ਆ, ਪਰ ਦੁਨੀਆ ਦੇ ਵਿੱਚ ਸਟੈਬਲਿਸ਼ ਹੋਵੇ ਜਿਹੜੀ ਹੈਗੀ ਉਹ ਗੱਲ ਬਰਦਾਸ਼ਤ ਕਰਨੀ ਉਹਨਾਂ ਲਈ ਨਾਮੁਮਕਿਨ ਸੀ। ਕੋਈ ਵੀ ਸਟੇਟ ਜਿਹੜੀ ਹੈਗੀ ਆ ਉਹ ਦੂਜੇ ਆਰਡਰ ਨੂੰ, ਸੋਵਰਨ ਸਟੇਟ ਆਪਣੀ ਧਰਤੀ ਤੇ ਉੱਤਰ ਨਹੀਂ ਦਿੰਦੀ। ਤੁਸੀਂ ਆਪਣੀ ਸੋਵਰਨ ਟੈਰੀਟਰੀ ਤੇ ਹੀ ਉਹਨੂੰ ਉਸਾਰ ਸਕਦੇ ਹੋ, ਕਿਉਂਕਿ ਸ਼ੇਅਰਡ ਸੋਵਰੈਨਿਟੀ ਉਹ ਇੱਕ ਨਾ ਇੱਕ ਦਿਨ ਸਟੇਟ ਨੇ ਖੋਣੀ ਆ। ਕਸ਼ਮੀਰ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ। ਤੇ ਇੰਡੀਆ ਇੱਕ ਫੇਕ ਨੇਸ਼ਨ ਸਟੇਟ ਆ। ਨੇਸ਼ਨ ਸਟੇਟ ਖੁਰ ਨਹੀਂ ਰਹੀ, ਬਲਕਿ ਹੋਰ ਜਿਹੜੀਆਂ ਨੇਸ਼ਨ ਸਟੇਟ ਆ ਉਹ ਬਣਨ ਲਈ ਰਾਹ ਪੱਧਰਾ ਹੋ ਰਿਹਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ 'ਤੇ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲਬਾਤ ਕਰਾਂਗੇ ਤੀਜੇ ਘੱਲੂਘਾਰੇ ਬਾਰੇ। ਅਤੇ ਇਹ ਘੱਲੂਘਾਰਾ ਵਾਪਰਨ ਦੇ ਪਿੱਛੇ ਕਾਰਨ ਕੀ ਰਹੇ, ਕੀ ਇਹਦੇ ਪਿੱਛੇ ਕੁਝ ਸਿਧਾਂਤਕ ਕਾਰਨ ਸਨ ਜਾਂ ਕਿਵੇਂ, ਇਸ ਬਾਬਤ ਗੱਲਬਾਤ ਕਰਨ ਲਈ ਅੱਜ ਅਸੀਂ ਸਰਦਾਰ ਪ੍ਰਭਜੋਤ ਸਿੰਘ ਹੋਣਾ ਕੋਲ ਪਹੁੰਚੇ ਹਾਂ। ਭਾਜੀ, ਚੈਨਲ 'ਤੇ ਤੁਹਾਡਾ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੇਰਾ ਸਵਾਲ ਜੋ, ਕਿਉਂਕਿ ਇੱਕ ਤੀਜਾ ਘੱਲੂਘਾਰਾ ਸਿੱਖਾਂ ਨੇ ਇਹਦੇ ਵਿੱਚ ਬੜੀ ਸ਼ਾਨਾਮਤਾ ਜੰਗ ਵੀ ਲੜੀ ਆ, ਲੱਗਦਾ ਕਿ ਉਸ ਪੱਖ ਤੋਂ ਵੀ ਇਸ ਚੀਜ਼ ਨੂੰ ਉਭਾਰਿਆ ਜਾਣਾ ਚਾਹੀਦਾ ਕਿ ਇਸ ਜੰਗ ਲੜਨ ਦਾ ਸਮਾਂ, ਸਥਾਨ ਸਿੱਖਾਂ ਵੱਲੋਂ ਜਾਂ ਸਿੱਖਾਂ ਦੇ ਉਹ ਧੜੇ ਵੱਲੋਂ ਜੋ ਇੱਕ ਸੋਵਰਨ ਸਪਿਰਿਟ ਰੱਖਦਾ ਸੀ ਉਸ ਵੱਲੋਂ ਖੁਦ ਮਿਥਿਆ ਗਿਆ। ਦੇਖੋ, ਸੰਤ ਜਰਨੈਲ ਸਿੰਘ ਹੋਣਾ ਦੀ ਆਪਾਂ ਨੂੰ ਪਹਿਲਾਂ ਪਰਸਨੈਲਿਟੀ ਜਿਹੜੀ ਹੈਗੀ ਆ ਉਹਨੂੰ ਸਮਝਣਾ ਪਊਗਾ। ਸੰਤ ਜਰਨੈਲ ਸਿੰਘ ਜਿਹੜੇ ਸੀਗੇ, ਉਹਨਾਂ ਨੇ ਆਪਣੇ ਅਨੁਭਵ ਦੇ ਜ਼ਰੀਏ, ਆਤਮਿਕ ਅਨੁਭਵ ਦੇ ਜ਼ਰੀਏ ਇੰਡੀਅਨ ਸਟੇਟ ਬਾਰੇ ਜਿਹੜਾ ਸੀ, ਉਹਦੇ ਖਾਸੇ ਬਾਰੇ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਸਮਝ ਸੀਗੀ। ਇਸੇ ਕਰਕੇ ਉਹ ਮੋਰਚਾ ਜਿਸ ਵੇਲੇ ਲੱਗਿਆ, ਉਸੇ ਵੇਲੇ ਉਹਨਾਂ ਵੱਲੋਂ ਕਲੀਅਰ ਸੀਗਾ ਕਿ ਇੱਥੇ ਹਮਲਾ ਹੋਊਗਾ। ਹਾਲਾਂਕਿ ਪਹਿਲਾ ਮੋਰਚਾ ਜਿਹੜਾ ਸੀ ਕੋਈ ਉਹਦੇ ਵਿੱਚ ਕੋਈ ਪੀਸਫੁਲ ਸੀਗਾ, ਕੋਈ ਆਰਮ ਸਟਰਗਲ ਦੀ ਗੱਲ ਹਾਲੇ ਤੱਕ ਦਾਖਲ ਨਹੀਂ ਸੀ ਕੀਤੀ ਗਈ ਉਹਨਾਂ ਵੱਲੋਂ। ਤੇ ਪਰ ਉਹਨਾਂ ਨੇ ਇੰਡੀਅਨ ਪੋਲਿਟੀ ਦੇ ਅੰਦਰ ਕਿੰਨਾ ਕੁ ਇਨਸਾਫ ਆ ਉਹਦੀ ਨਿਆਂ ਪ੍ਰਣਾਲੀ ਦੇ ਅੰਦਰ, ਤੇ ਉਹ ਦੇਖ ਚੁੱਕੇ ਸੀਗੇ। ਸੋ ਇਹ ਤੈਅ ਸੀਗਾ ਕਿ ਇਹ ਜੰਗ ਜਿਹੜੀ ਹੈਗੀ ਆ ਸਿੱਖ ਹਿੰਦ ਜੰਗ ਜਿਹੜੀ ਸੀ ਉਹ ਤੈਅ ਸੀਗੀ। ਤੇ ਜਿਹੜਾ ਸਮਾਂ ਸੀ ਉਹ ਚਲੋ ਉਹ ਸਟੇਟ ਨੇ ਮਿੱਥਣਾ ਸੀ, ਅੱਜ ਨਹੀਂ ਤਾਂ ਕੱਲ੍ਹ ਉਹ ਜੰਗ ਹੋਣੀ ਸੀਗੀ। ਤੇ ਮੋਰਚੇ ਦੌਰਾਨ, ਕਿਉਂਕਿ ਮੋਰਚਾ ਇੰਨਾ ਤਾਕਤਵਰ ਸੀਗਾ, ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਪਰਸਨੈਲਿਟੀ ਸੀ, ਜਿਸ ਕਦਰ ਉੱਭਰ ਕੇ ਆਈ, ਜਿਸ ਕਦਰ ਸਿੱਖ ਸੰਗਤ ਜਿਹੜੀ ਸੀਗੀ ਉਹ ਸੰਤਾਂ ਨੂੰ ਫੋਲੋ ਕਰ ਰਹੀ ਸੀਗੀ ਤੇ ਉਹਨਾਂ ਦੇ ਹੁਕਮਾਂ ਨੂੰ ਤੇ ਫੁੱਲ ਚਾੜ ਰਹੀ ਸੀਗੀ। ਸੋ ਇੰਡੀਅਨ ਸਟੇਟ ਲਗਾਤਾਰ ਦਬਾਅ ਵਿੱਚ ਆ ਰਹੀ ਸੀ। ਤੇ ਸੰਤਾਂ ਨੇ ਵਾਰ-ਵਾਰ ਇਹ ਗੱਲ ਕਹੀ ਸੀਗੀ ਕਿ ਜਿੱਦਣ ਘੇਰਾ ਪਿਆ, ਜਿੱਦਣ ਇੱਥੇ ਪੁਲਿਸ ਐਂਟਰ ਹੁੰਦੀ ਆ ਜਾਂ ਉਹਨਾਂ ਦੀ ਮਿਲਟਰੀ ਜਾਂ ਪੈਰਾਮਿਲਟਰੀ ਐਂਟਰ ਹੁੰਦੀ ਆ, ਤੇ ਆਪਾਂ ਡਟ ਕੇ ਉਹਦਾ ਮੁਕਾਬਲਾ ਕਰਾਂਗੇ। ਉਹਨਾਂ ਦੇ ਲੈਕਚਰ ਤੁਸੀਂ ਦੇਖ ਸਕਦੇ ਹੋ, ਲਿਖਤੀ ਰੂਪ 'ਚ ਵੀ ਹੈਗੇ ਨੇ,
ਤੇ ਭਾਸ਼ਣ ਰੂਪ ਵਿੱਚ ਵੀ ਆਪਾਂ ਨੂੰ CD 'ਚ ਮਿਲ ਜਾਂਦੇ ਨੇ। ਤੇ ਉਹਦੇ ਵਿੱਚ ਬਾਰ-ਬਾਰ ਉਹ ਤਿਆਰੀ ਦੀ ਗੱਲ ਕਰਦੇ ਨੇ। ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਲੈਕਚਰ ਐਸਾ ਹੋਊਗਾ ਜਿਹਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਹ ਨਾ ਕਿਹਾ ਹੋਊਗਾ ਵੀ ਤੁਸੀਂ ਤਿਆਰੀ ਨਾ ਕਰੋ। ਉਹਨਾਂ ਨੇ ਹਰ ਲੈਕਚਰ ਦੇ ਵਿੱਚ ਇਹ ਕਿਹਾ ਕਿ ਤੁਸੀਂ ਤਿਆਰੀ ਰੱਖੋ। ਸੋ ਉਹਨਾਂ ਨੂੰ ਐਬਸੋਲਿਊਟਲੀ ਕਲੀਅਰ ਸੀਗਾ ਕਿ ਇਹ ਜੰਗ ਨਿਸ਼ਚਿਤ ਆ, ਕਿਉਂਕਿ ਇੱਕ ਤਾਂ ਸਟੇਟ ਨੇ ਇੱਦਾਂ ਕਰਨਾ ਹੀ ਕਰਨਾ ਸੀਗਾ, ਕਿਉਂਕਿ ਉਹਨੂੰ ਲੱਗਦਾ ਸੀ ਕਿ ਜੇ ਉਹਨਾਂ ਨੂੰ ਫਿਜ਼ੀਕਲੀ ਖਤਮ ਨਾ ਕੀਤਾ ਗਿਆ, ਸਭ ਤੋਂ ਪਹਿਲਾਂ ਤਾਂ ਫਿਜ਼ੀਕਲੀ ਖਤਮ ਕਰਨ ਦੀ ਗੱਲ ਸੀਗੀ ਸੰਤਾਂ ਨੂੰ, ਜਿਹੜੇ ਉਹਨਾਂ ਦੇ ਨਾਲ ਮਨਜੀਵੜੇ ਸਿੰਘ ਸੀਗੇ, ਤੇ ਫਿਰ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਕ੍ਰੀਏਟ ਹੋ ਜੂਗੀ। ਤੇ ਦੂਜੀ ਗੱਲ ਇਹ ਆ ਕਿ ਸੰਤ ਵੀ ਆਪਣੇ ਵੱਲੋਂ ਪੂਰੀ ਤਿਆਰੀ 'ਚ ਬੈਠੇ ਸਨ, ਕਿਉਂਕਿ ਉਹ ਵੀ ਜਾਣਦੇ ਸਨ ਕਿ ਜੇ ਇਤਿਹਾਸ ਨੂੰ ਅੱਗੇ ਤੋਰਨਾ ਵਾ, ਜੇ ਅਸੀਂ ਇੱਥੇ ਘੱਟ ਗਿਣਤੀ ਆ ਸਰੀਰਾਂ ਪੱਖੋਂ, ਤੇ ਬਹੁ ਗਿਣਤੀ ਨੇ ਇੱਕ ਤਾਂ ਆਪਣਾ ਮਨੋਵਿਗਿਆਨਿਕ ਦਬਾਅ ਪਾਇਆ ਹੋਇਆ ਸੀ, ਇੱਕ ਉਹਨਾਂ ਕੋਲ ਸਟੇਟ ਸੀਗੀ, ਤੇ ਦੂਜਾ ਜਿਹੜਾ ਹੈਗਾ ਉਹਨਾਂ ਦਾ ਹਿਸਟਰੀ ਦੇ ਵਿੱਚ ਰੋਲ ਵੀ ਬੜਾ ਕਲੀਅਰ ਹੋ ਕੇ ਸਾਹਮਣੇ ਆਉਂਦਾ ਸੀ। ਉਹ ਦਮਦਮੀ ਟਕਸਾਲ ਤੋਂ ਇੱਕ ਗਿਆਨ ਹਾਸਲ ਕੀਤਾ ਸੀ। ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਕਿ ਉਹ ਪੜ੍ਹੇ ਨਹੀਂ ਸੀਗੇ। ਅਸਲ ਦੇ ਵਿੱਚ ਪੜ੍ਹਾਈ ਦੇ ਅਰਥ ਇਹ ਨਹੀਂ ਹੁੰਦੇ ਕਿ ਜਿਹੜੀ ਸਟੇਟ ਦੀ ਕੋਈ ਯੂਨੀਵਰਸਿਟੀ ਆ ਜਾਂ ਉਹ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਆ ਉਹਦੇ ਤੋਂ ਡਿਗਰੀ ਲੈ ਕੇ ਹੀ ਜਿਹੜਾ ਪੜ੍ਹਿਆ ਬੰਦਾ ਉਹ ਪੜ੍ਹਿਆ ਹੁੰਦਾ। ਉਹਨਾਂ ਨੇ ਇੱਕ ਧਾਰਮਿਕ ਗਿਆਨ ਹਾਸਲ ਕੀਤਾ, ਫਿਰ ਆਤਮਿਕ ਅਨੁਭਵ ਲਈ ਤਾਂ ਜਿਹੜਾ ਹੈਗਾ ਉਹ ਐਡੇ ਕੋਈ ਗਿਆਨ ਦੀ ਕੋਈ ਲੋੜ ਵੀ ਨਹੀਂ ਹੁੰਦੀ। ਸੋ ਹਿਸਟਰੀ ਨੂੰ ਅੱਗੇ ਤੋਰਨ ਲਈ, ਸਿੱਖਾਂ ਨੂੰ 18ਵੀਂ ਸਦੀ ਦੇ ਧਰਾਤਲ 'ਤੇ ਲਿਆਉਣ ਲਈ ਉਹਨਾਂ ਦੇ ਅੰਦਰ ਸੋਵਰਨ ਸਪਿਰਿਟ ਜਿਹੜੀ ਇੱਕ ਤਰ੍ਹਾਂ ਢਿਆਲੀ ਹੋ ਗਈ ਸੀਗੀ, ਜਾਂ ਉਹ ਮਨੋਵਿਗਿਆਨਿਕ ਦਬਾਅ ਥੱਲੇ ਲਗਾਤਾਰ ਵਿਚਰ ਰਹੇ ਸੀ। ਆਪਣੀ ਗੱਲ ਤਾਂ ਕਰਦੇ ਸੀ, ਪਰ ਹੌਲੀ ਹੌਲੀ ਉਹਨਾਂ ਦੇ ਅੰਦਰ ਜਿਹੜੀ ਸਿੱਖਾਂ ਦੀ ਮੇਨ ਪੋਲੀਟੀਕਲ ਪਾਰਟੀ ਅਕਾਲੀ ਦਲ ਸੀਗੀ, ਅਤੇ ਉਹ ਲਗਾਤਾਰ ਉਹਦਾ ਸਿਧਾਂਤਕ ਜਿਹੜਾ ਪਹਿਲੂ ਸੀ ਉਹ ਖੁਰਦਾ ਜਾ ਰਿਹਾ ਸੀਗਾ। ਉਸ ਚੀਜ਼ ਨੂੰ, ਉਸ ਪਰਚਮ ਨੂੰ ਬੁਲੰਦ ਕਰਨ ਲਈ ਜਿਹੜਾ ਹੈਗਾ ਇਹ ਸੰਘਰਸ਼ ਕਰਨਾ, ਸ਼ਹਾਦਤਾਂ ਦੇਣੀਆਂ ਅਕਾਲ ਤਖਤ ਸਾਹਿਬ 'ਤੇ ਬਹੁਤ ਜ਼ਰੂਰੀ ਸਨ। ਅਤੇ ਉਹ ਕਾਰਜ ਉਹਨਾਂ ਨੇ ਵਿੱਢਿਆ, ਪਹਿਲੇ ਦਿਨ ਤੋਂ ਵਿੱਢਿਆ। ਇਹ ਸਟੇਟ 'ਤੇ ਨਿਰਭਰ ਕਰਦਾ ਸੀਗਾ। ਉਹਨਾਂ ਨੇ ਸਟੇਟ ਨੂੰ ਪੂਰਾ ਮੌਕਾ ਦਿੱਤਾ ਕਿ ਉਹ ਟੇਬਲ ਟਾਕ ਵੀ ਕਰ ਸਕਦੇ ਸੀ। ਸਟੇਟ ਟੇਬਲ ਟਾਕ ਕਰ ਸਕਦੀ ਸੀ, ਆਪਣੇ ਆਪ ਨੂੰ ਵੱਡੀ ਡੈਮੋਕ੍ਰੇਸੀ ਕਹਾਉਣ ਵਾਲੀ ਸਟੇਟ ਟੇਬਲ ਟਾਕ ਕਰ ਸਕਦੀ ਸੀ। ਆਖਰ ਇੰਨਾ ਲੰਮਾ ਮੋਰਚਾ ਵੀ ਚੱਲਿਆ, ਉਹਨਾਂ ਨੇ ਸਟੇਟ ਨੂੰ ਪੂਰਾ ਮੌਕਾ ਵੀ ਦਿੱਤਾ ਅਤੇ ਨਾਲ ਤਿਆਰੀ ਵੀ ਰੱਖੀ, ਇਹ ਜਾਣਦੇ ਹੋਏ ਕਿ ਇਹ ਟਕਰਾਅ ਅਟੱਲ ਆ। ਵੇਖਦੇ ਹਾਂ ਕਿ ਉਸ ਸਮੇਂ ਸਿਰਫ ਇਹ ਨਹੀਂ ਸੀ ਕਿ ਪੰਜਾਬ 'ਚ ਬਗਾਵਤੀ ਸੁਰਾਂ ਉੱਭਰ ਰਹੀਆਂ ਸਨ, ਹਿੰਦੁਸਤਾਨ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਬਗਾਵਤ ਦੀਆਂ ਸੁਰਾਂ, ਨਾਰਥ ਈਸਟ ਦੇ ਵਿੱਚ, ਸਾਊਥ ਦੇ ਵਿੱਚ, ਕਸ਼ਮੀਰ 'ਚ ਪੈਰਲ ਮੂਵਮੈਂਟ ਚੱਲ ਰਹੀਆਂ ਸਨ। ਕਿਸੇ ਦੀ ਤੀਬਰਤਾ ਵੱਧ ਸੀ, ਕਿਸੇ ਦੀ ਘੱਟ ਸੀ, ਪਰ ਹਿੰਦੁਸਤਾਨ ਨੇ ਪੰਜਾਬ ਉੱਪਰ ਹੀ ਐਡਾ ਤਗੜਾ ਜਿਹੜਾ ਆਰਮੀ ਵਾਲਾ ਐਕਸ਼ਨ ਕਿਉਂ ਕੀਤਾ? ਆਪਾਂ ਦੇਖਦੇ ਹਾਂ ਕਿ ਹੁਣ ਤੱਕ ਵੀ ਕਿਸੇ ਵੀ ਖਿੱਤੇ ਨੂੰ ਐਵੇਂ ਲੈਂਡ ਲੌਕ ਕਰਕੇ ਅਤੇ ਪ੍ਰੋਪਰ ਆਰਮੀ ਦੇ ਹਵਾਲੇ ਕਰਕੇ ਅਤੇ ਸਭ ਤੋਂ ਮੁਕੱਦਸ ਥਾਂ 'ਤੇ ਜਿਵੇਂ ਹਮਲਾ ਹੋਇਆ, ਇਹ ਕੀ ਕਾਰਨ ਬਣਿਆ ਕਿ ਇੰਡੀਅਨ ਸਟੇਟ ਆ ਜਿਹੜੀ ਉਹਦੀ ਆਪਣੀ ਟੈਰੀਟਰੀ ਦੇ ਵਿੱਚ ਇੱਕ ਪਾਰਟ ਦੇ ਉੱਪਰ ਇਵੇਂ ਚੜ੍ਹ ਕੇ ਆਈ ਜਿਵੇਂ ਕਿਸੇ ਬਗਾਨੇ ਮੁਲਕ ਨਾਲ ਜੰਗ ਲੜੀ ਜਾਂਦੀ? ਅਸਲ 'ਚ ਇਹ ਜਿਹੜੀ ਜੰਗ ਆ ਲੜੀ ਬਗਾਨਿਆਂ ਨਾਲ ਗਈ ਆ। ਉਹ ਸਾਡਾ ਭੁਲੇਖਾ ਵਾ ਕਿ ਅਸੀਂ ਉਹਨਾਂ ਨੂੰ ਆਪਣੇ ਸਮਝਦੇ ਹਾਂ। ਤੁਸੀਂ ਦੇਖੋ ਵੀ ਅੱਜ ਵੀ ਇੱਕ ਨੈਰੇਟਿਵ ਆ, ਬਹੁਤ ਲੰਬੇ ਸਮੇਂ ਤੋਂ ਨੈਰੇਟਿਵ ਚੱਲਦਾ। ਉਹ ਸਿੱਖ ਵਾਰ-ਵਾਰ ਇਹ ਐਗਜ਼ਾਮਪਲਸ ਦਿੰਦੇ ਨੇ ਕਿ ਅਸੀਂ 80% ਕੁਰਬਾਨੀਆਂ ਕੀਤੀਆਂ, ਅਸੀਂ ਸਭ ਤੋਂ ਵੱਧ ਜੇਲ੍ਹਾਂ 'ਚ ਗਏ, ਕਾਲੇ ਪਾਣੀ 'ਚ ਜੇਲ੍ਹ ਕੱਟੀ, ਅਤੇ ਹੁਣ ਵੀ ਅਸੀਂ ਬਾਰਡਰਾਂ 'ਤੇ ਕੁਰਬਾਨੀਆਂ ਕਰਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਜਿੱਥੇ ਕਿਤੇ ਵੀ ਇੰਡੀਆ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਉੱਥੇ ਲੰਗਰ ਲਾਉਂਦੇ ਹਾਂ, ਸੇਵਾ ਕਰਦੇ ਹਾਂ। ਹੁਣ ਇਹ ਚੀਜ਼ਾਂ ਕਿਉਂ ਕਹੀਆਂ ਜਾਂਦੀਆਂ? ਇਹ ਆਪਣੇਪਨ ਦੇ ਵਿੱਚੋਂ ਕਹੀਆਂ ਜਾਂਦੀਆਂ ਕਿ ਉਹ ਸਾਡੇ ਆਪਣੇ ਨੇ, ਪਰ ਸਾਡੇ ਨਾਲ ਬੇਗਾਨਿਆਂ ਵਰਗਾ ਸਲੂਕ ਕਰ ਰਹੇ ਨੇ, ਅਤੇ ਉਹਨਾਂ ਦੇ ਆਤਮਾ 'ਤੇ ਬੋਝ ਪਾਉਣ ਲਈ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਸੰਤ ਭਿੰਡਰਾਂ ਵਾਲੇ ਇਸ ਨੈਰੇਟਿਵ ਤੋਂ ਬਿਲਕੁਲ ਮੁਕਤ ਸੀ, ਅਤੇ ਉਹਨਾਂ ਨੇ ਜਿਹੜੀ ਤਿਆਰੀ ਵੀ ਜਿਹੜੀ ਕੀਤੀ, ਜਿਹੜੀ ਮਤਲਬ ਜੇ ਤੁਸੀਂ ਉਹਨਾਂ ਦੇ ਲੈਕਚਰ ਸੁਣੋ, ਮੈਂ ਵਾਰ-ਵਾਰ ਕੋਟ ਕਰਨ ਦੀ ਗੱਲ ਕਰਦਾ ਕਿਉਂਕਿ ਉੱਥੋਂ ਉਹਨਾਂ ਦੀ ਪਰਸਨੈਲਿਟੀ ਨੂੰ ਜ਼ਿਆਦਾ ਵਧੀਆ ਸਮਝਿਆ ਜਾ ਸਕਦਾ।
ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੁੱਲ ਹਿੰਦੁਸਤਾਨ ਦਾ ਹਿੰਦੂ ਸਿੱਖਾਂ ਦੀ ਪੱਗ ਲਾਉਣ ਨੂੰ ਇੱਕ ਮੰਚ ਤੇ ਖੜਾ। ਇਹ ਕੋਈ ਆਪਾਂ ਐ ਨਹੀਂ ਵੀ ਹਿੰਦੂ ਕੌਮ ਪ੍ਰਤੀ ਕੋਈ ਨਫ਼ਰਤ ਰੱਖਣ ਵਾਲੀ ਗੱਲ ਨਹੀਂ ਆਪਾਂ ਕਰ ਰਹੇ ਹੈਗੇ, ਉਹ ਉਸ ਸਮੇਂ ਦਾ ਠੋਸ ਸੱਚ ਸੀਗਾ। ਤੇ ਸਿੱਖਾਂ ਦੀ ਜਿਹੜੀ ਲੜਾਈ ਆ ਬਿੱਪਰ ਦੇ ਖਿਲਾਫ, ਉਹ ਖਾਲਸੇ ਦੇ ਜਾਂ ਸਿੱਖ ਪੰਥ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਆ। ਜਦੋਂ ਅਫਜ਼ਲ ਅਹਿਸਨ ਰੰਧਾਵਾ 5 ਸਦੀਆਂ ਦੇ ਵੈਰ ਦੀ ਗੱਲ ਕਰਦਾ, ਉਹ ਆਪਣੇ ਆਪ 'ਚ ਕੀ ਆ, ਉਹ ਬਹੁਤ ਕਲੀਅਰ ਆ। ਜਿਹੜੀ ਗੱਲ ਇੱਥੇ ਸਿੱਖਾਂ ਨੂੰ ਨਹੀਂ ਕਲੀਅਰ, ਉਹ ਉੱਧਰ ਬੈਠੇ ਇੱਕ ਮੁਸਲਮਾਨ ਨੂੰ ਕਲੀਅਰ ਆ, ਕਿਉਂਕਿ ਉਹਦੀ ਚੇਤਨਾ ਦਾ ਕਿਤੇ ਨਾ ਕਿਤੇ ਕੋਈ ਪੱਧਰ ਜਿਹੜਾ ਸੀ ਉਹ ਸਿੱਖ ਚੇਤਨਾ ਨਾਲ ਮਿਲਦਾ ਸੀ ਅਫਜ਼ਲ ਅਹਿਸਨ ਰੰਧਾਵਾ ਦਾ। ਇਸ ਕਰਕੇ ਉਹ ਜਾਣਦਾ ਸੀ, ਉਹ ਬਿੱਪਰ ਦੀ ਚੇਤਨਾ ਨੂੰ ਵੀ ਜਾਣਦਾ ਸੀ, ਤੇ ਸੰਤ ਜਰਨੈਲ ਸਿੰਘ ਵੀ ਇਸ ਚੇਤਨਤਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਜਿਹੜੀ ਸਿੱਖ ਪੰਥ ਦੇ ਪ੍ਰਗਟ ਹੋਣ ਤੋਂ ਬਾਅਦ ਦੀ ਲੜਾਈ ਆ, ਉਹ ਮੁਗਲ ਸਟੇਟ ਨਾਲ ਲੜਾਈ ਆ ਤੇ ਬਿੱਪਰ ਦੀ ਸਮਾਜਿਕ ਸਟੇਟ ਨਾਲ ਲੜਾਈ ਆ। ਮਤਲਬ ਗੁਰੂ ਸਾਹਿਬ ਦੇ ਖਿਲਾਫ ਸ਼ਿਕਾਇਤਾਂ ਕਰਨੀਆਂ, ਗੁਰੂ ਸਾਹਿਬ ਦੀ 5ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਲੈ ਲਓ, ਜਾਂ ਜੇ ਉਹਨਾਂ ਕੋਲ ਅਰਧ ਜਿਹੜੀ ਹੈਗੀ ਆ ਖੁਦ ਮੁਖਤਿਆਰੀ, ਜਿਹੜੇ ਪਹਾੜੀ ਜਿਹੜੇ ਰਾਜੇ ਸੀਗੇ, ਉਹਨਾਂ ਕੋਲ ਖੁਦ ਮੁਖਤਿਆਰ ਅਰਧ ਖੁਦ ਮੁਖਤਿਆਰ ਤਾਕਤਾਂ ਸੀਗੀਆਂ, ਰਿਆਸਤਾਂ ਸੀਗੀਆਂ, ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਸੀ ਛੱਡੀ ਕਿ ਸਿੱਖ ਪੰਥ ਦੀ ਤਾਕਤ ਨੂੰ ਜਿਹੜਾ ਹੈਗਾ ਉਹ ਮਿਟਾਇਆ ਜਾਵੇ। ਸੋ ਇਹ ਐਗਜ਼ਾਮਪਲਸ ਉਹਨਾਂ ਦੇ ਸਾਹਮਣੇ ਸੀ। ਫਿਰ ਸਿੱਖ ਰਾਜ ਜਦੋਂ ਚਲੇ ਜਾਂਦਾ ਵਾ, ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਿਹੜਾ ਹੈਗਾ, ਉਸ ਵੇਲੇ ਕਿੱਡਾ ਵੱਡਾ ਹਮਲਾ ਜਿਹੜਾ ਉਹ ਵਿੱਢਿਆ ਜਾਂਦਾ ਵਾ ਆਰੀਆ ਸਮਾਜੀਆਂ ਵੱਲੋਂ, ਸਨਾਤਨੀਆਂ ਵੱਲੋਂ, ਤੇ ਕੋਸ਼ਿਸ਼ ਪੂਰੀ ਹੁੰਦੀ ਹੈ ਕਿ ਜਿਹੜੀ ਸਿੱਖਾਂ ਦੀ ਕੇਂਦਰੀ ਆਇਡੈਂਟੀਟੀ ਉਹਨੂੰ ਸੱਟ ਮਾਰੀ ਜਾਵੇ। ਜਾਣੀ ਅੰਮ੍ਰਿਤ ਛਕੇ ਹੋਣਾ, ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ, ਤੇ ਮੂਰਤੀਆਂ ਦਰਬਾਰ ਸਾਹਿਬ ਤੱਕ ਆ ਜਾਣੀਆਂ, ਬੁੱਤ ਪ੍ਰਸਤੀ ਜਿਹੜੀ ਆ ਜਾਣੀ। ਤੇ ਉਸ ਵੇਲੇ ਤਾਂ ਇਹ ਬਿੱਪਰ ਸੰਸਕਾਰੀ ਤਾਕਤਾਂ ਕੋਈ ਸਟੇਟ ਨਹੀਂ ਸੀਗੀ। ਉਸ ਵੇਲੇ ਉਹ ਇੰਨੀਆਂ ਤਾਕਤਵਰ ਰੂਪ ਦੇ ਵਿੱਚ ਸਾਡੇ ਖਿਲਾਫ ਲੜਾਈ ਵਿੱਢੀ ਸੀ ਉਹਨਾਂ ਨੇ, ਪਰ 1947 ਦੇ ਵਿੱਚ ਤਾਂ ਉਹ ਸੋਵਰਨ ਹੋ ਗਿਆ ਸੀ। ਸੋਵਰਨ ਹੋਣ ਦਾ ਮਤਲਬ ਆ ਕਿ ਵਾਇਲੈਂਸ ਨੂੰ ਆਪਣੀ ਮਨ ਮਰਜ਼ੀ ਨਾਲ ਯੂਜ਼ ਕਰਨਾ। ਉਹ ਕੋ ਵਾਇਲੈਂਸ ਦੀ ਮੋਨੋਪੋਲੀ ਵੀ ਹੁੰਦੀ ਆ ਤੇ ਮਾਨਤਾ ਵੀ ਹੁੰਦੀ ਆ, ਜਿੱਦਾਂ ਮੈਕਸ ਵੈਬਰ ਕਹਿੰਦਾ ਵਾ। ਤੇ ਜਿਹੜਾ ਸਾਹਮਣੇ ਵਾਲਾ ਉਹ ਬੇਵਸ ਹੁੰਦਾ, ਉਹ ਸਿਰਫ ਰੋ ਸਕਦਾ, ਰੋਣਾ ਹੱਕਾ ਹੋ ਸਕਦਾ, ਸੜਕਾਂ 'ਤੇ ਬਹਿ ਸਕਦਾ, ਡੰਡੇ ਖਾ ਸਕਦਾ, ਗੋਲੀਆਂ ਖਾ ਸਕਦਾ, ਪਰ ਸਟੇਟ ਦੇ ਖਿਲਾਫ ਜਿਹੜਾ ਹੈਗਾ ਇੱਦਾਂ ਸੰਘਰਸ਼ ਨਹੀਂ ਕਰ ਸਕਦਾ। ਸੰਤ ਜਰਨੈਲ ਸਿੰਘ ਜਿਹੜੇ ਸੀਗੇ, ਉਹਨਾਂ ਨੇ ਜਿਹੜਾ ਸੀ ਇਸ ਗੱਲ ਨੂੰ ਭਾਂਪ ਲਿਆ ਸੀਗਾ ਕਿ ਜਿਹੜੀ ਅਕਾਲੀ ਪ੍ਰੈਕਟਿਸ ਆ ਉਹ ਚਾਹੇ ਇਮਾਨਦਾਰ ਵੀ ਰਹੀ ਆ, ਐਸੀ ਗੱਲ ਨਹੀਂ 47 ਤੋਂ ਪਹਿਲਾਂ, ਪਰ ਉਹਨੇ ਜੁਝਾਰੂ ਪ੍ਰੈਕਟਿਸ ਜਿਹੜੀ ਸੀ ਉਹਨੂੰ ਤਲਾਂਜਲੀ ਦੇ ਦਿੱਤੀ ਸੀ। ਤਾਂ ਉਹੀ ਵਿਰਸਾ ਤੁਰਿਆ ਆਉਂਦਾ ਸੀ ਉਹਨਾਂ ਦਾ, ਤੇ ਸੰਤਾਂ ਨੇ ਉਹਨੂੰ ਪੁਨਰ ਸੁਰਜੀਤ ਕੀਤਾ। ਤੇ ਜਦੋਂ ਪੁਨਰ ਸੁਰਜੀਤ ਹੋਇਆ ਤੇ ਉਹ ਜਿਹੜਾ ਜਾਹੋ ਜਲਾਲ ਆ ਖਾਲਸੇ ਦਾ, ਜਿਹੜਾ ਖਾਲਸੇ ਦਾ ਜੇਤੂ ਅੰਦਾਜ਼ ਆ ਨਾ, ਬਿੱਪਰ ਉਹ ਤੋਂ ਨਫ਼ਰਤ ਕਰਦਾ, ਕਿਉਂਕਿ ਉਹ ਸੰਤ ਜਰਨੈਲ ਸਿੰਘ ਦੇ ਵਿੱਚ ਸੀ ਤੇ ਉਹ ਸਿੰਘਾਂ ਦੇ ਵਿੱਚ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ। ਉਸ ਵੇਲੇ ਪੂਰੇ ਪੰਥ ਦੇ ਵਿੱਚੋਂ ਪ੍ਰਗਟ ਹੋ ਰਿਹਾ ਸੀ ਉਸ ਵੇਲੇ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ। ਤੇ ਉਹਨਾਂ ਲਈ ਉਹ ਇੱਕ ਐਸੀ ਸ਼ਖਸੀਅਤ ਸਨ ਜਿਹੜੇ ਖਾਲਸੀ ਜਾਹੋ ਜਲਾਲ ਨੂੰ ਪ੍ਰਗਟ ਕਰ ਰਹੇ ਸਨ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਸਟੇਟ ਨੂੰ ਕਿ ਜੇ ਇਹ ਸਫਲ ਰਹਿੰਦੇ ਨੇ, ਜੇ ਇਹਨਾਂ ਦਾ ਸੰਘਰਸ਼ ਸਫਲ ਰਹਿੰਦਾ ਵਾ, ਤਾਂ ਉਹ ਪੋਲੀਟੀਕਲ ਤਾਕਤ ਜਾਂ ਉਹਨਾਂ ਦੀ ਜਿਹੜੀ ਸਮਾਜਿਕ ਤਾਕਤ ਆ, ਜਿਹੜੀ ਜਾਤ ਪਾਤ ਵਾਲੀ, ਉਹਨੂੰ ਬਹੁਤ ਵੱਡੀ ਸੱਟ ਵੱਜੂਗੀ ਤੇ ਇੰਡੀਆ ਦੇ ਵਿੱਚ ਸੱਟ ਵੱਜੂਗੀ। ਤੇ ਖਾਲਸਾ ਪੰਥ ਜਿਹੜਾ ਹੈਗਾ ਵਾ, ਉਹਦੀ ਜਿਹੜੀ ਜੇਤੂ ਜਿਹੜਾ ਉਹਦਾ, ਜੇ ਇਲਾਕੇ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਦੂਰ ਤੱਕ ਜਾਣਗੇ। ਸੋ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਫੌਜ ਨੂੰ ਜਿਹੜਾ ਹੈਗਾ ਵਾ, ਫੌਜ ਕੀ ਪੁਲਿਸ, ਮਿਲਟਰੀ ਸਾਰਾ ਕੁਛ ਪੰਜਾਬ ਦੇ ਉੱਤੇ ਚੜ੍ਹਾ ਕੇ ਸਿਰਫ ਇੱਕ ਦਰਬਾਰ ਸਾਹਿਬ ਵੈਸੇ ਤਾਂ ਬਹੁਤ ਵੱਡਾ ਸਥਾਨ ਆ, ਮੁਕੱਦਸ ਸਥਾਨ ਆ ਸਾਡਾ, ਪਰ ਜੇ
ਉਹਦੀ ਮਤਲਬ ਜੇ ਜੋਗਰਾਫੀ ਦੇ ਸੰਦਰਭ 'ਚ ਗੱਲ ਕਰੀਏ ਤਾਂ ਉਹ ਬਹੁਤ ਛੋਟਾ ਇੱਕ ਇਲਾਕਾ ਬਣਦਾ, ਅਤੇ ਉੱਥੇ ਬੈਠੇ ਸਿੰਘਾਂ ਨੂੰ ਸ਼ਹੀਦ ਕਰਨ ਲਈ ਕੀ ਇੰਨੀ ਫੌਜ ਦੀ ਲੋੜ ਸੀਗੀ। ਅਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਕਿ ਇਹਨਾਂ ਦਾ ਲੱਕ ਤੋੜਿਆ ਜਾਵੇ। ਦਿਨ ਵੀ ਉਹ ਚੁਣਿਆ ਜਦੋਂ ਵੱਡੀ ਪੱਧਰ 'ਤੇ ਸੰਗਤ ਉੱਥੇ ਆਈ ਹੋਵੇ। 5ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਸੀ ਅਤੇ ਉਹ ਸੰਗਤ ਆ ਚੁੱਕੀ ਸੀ, ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ, ਅਤੇ ਵੱਡੇ ਪੱਧਰ 'ਤੇ ਸੰਗਤਾਂ ਦਾ ਕਤਲੇਆਮ ਕੀਤਾ ਗਿਆ ਅਤੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਕਿ ਇਹਨਾਂ ਅੰਦਰ ਜਿਹੜਾ ਹੈਗਾ ਲੰਮੇ ਅਰਸੇ ਤੱਕ ਇਹਨਾਂ ਨੂੰ ਅਸੀਂ ਆਪਣੀ ਜਿਹੜੀ ਤਾਕਤ ਦੇ ਥੱਲੇ ਹੈਗਾ ਦਬਾ ਕੇ ਰੱਖ ਸਕੀਏ। ਤੁਹਾਡੇ ਕਹਿਣ ਤੋਂ ਭਾਵ ਕਿ ਉਹ 5 ਸਦੀਆਂ ਦਾ ਵੈਰ ਜਿਹੜਾ ਸਿਧਾਂਤਕ ਹਮਲੇ ਤਾਂ ਉਹ ਪਹਿਲੇ ਦਿਨ ਤੋਂ ਕਰਦੇ ਆ ਰਹੇ ਆ, ਜਿਸ ਦਿਨ ਉਹਨਾਂ ਕੋਲ ਸਟੇਟ ਆਈ ਆ ਤਾਂ ਉਹ ਖੁੱਲ੍ਹ ਕੇ ਨੰਗੇ ਚਿੱਟੇ ਰੂਪ 'ਚ ਫੌਜ ਲੈ ਕੇ ਵੀ ਆਏ। ਬੇਸ਼ੱਕ ਇਹੀ ਗੱਲ ਮੈਂ ਕਹਿਣੀ ਚਾਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਮੁਗਲ ਜਿਹੜੇ ਬਾਹਰਲੇ ਹਮਲਾਵਰ ਨੇ ਮਤਲਬ ਉਹਨਾਂ ਨਾਲ ਟੱਕਰਾਂ ਹੁੰਦੀਆਂ ਰਹੀਆਂ। ਜਿੱਦਣ ਉਹਨਾਂ ਕੋਲ ਸੋਵਰੈਨਿਟੀ ਆਈ ਅਤੇ ਉਦਣ ਉਹ ਇਹ ਨਹੀਂ ਬਰਦਾਸ਼ਤ ਕਰ ਸਕਦੇ ਸੀ ਕਿ ਅਕਾਲ ਤਖਤ ਦੀ ਜਿਹੜੀ ਉਚਾਈ ਆ ਉਹ ਦਿੱਲੀ ਤਖਤ ਤੋਂ ਉੱਪਰ ਹੋਵੇ। ਉਹ ਤਾਂ ਸਿਧਾਂਤਕ ਤੌਰ 'ਤੇ ਤਾਂ ਉੱਚੀ ਹੈਗੀ ਆ, ਪਰ ਦੁਨੀਆ ਦੇ ਵਿੱਚ ਸਟੈਬਲਿਸ਼ ਹੋਵੇ ਜਿਹੜੀ ਹੈਗੀ ਆ, ਉਹ ਗੱਲ ਬਰਦਾਸ਼ਤ ਕਰਨੀ ਉਹਨਾਂ ਲਈ ਨਾਮੁਮਕਿਨ ਸੀ। ਜਿਹੜਾ ਗੁਰਮਤ ਅਤੇ ਵਿਪਰ ਦਾ ਸਿਧਾਂਤਕ ਰੌਲਾ ਆ, ਹਾਂਜੀ, ਇਸ ਟਕਰਾਅ ਦਾ ਮੂਲ ਕਾਰਨ ਉਹ ਸੀ। ਅਤੇ ਇਸ ਦੇ ਨਾਲ ਜੇ ਗੁਰਮਤ ਦੇ ਧਾਰਨੀ ਲੋਕ ਜੇ ਕਿਸੇ ਵੀ ਤਰ੍ਹਾਂ ਸੱਤਾ ਦੇ ਵਿੱਚ ਆਉਂਦੇ ਨੇ ਇਸ ਭਾਰਤੀ ਉਪ ਮਹਾਦੀਪ ਦੇ ਕਿਸੇ ਖਿੱਤੇ 'ਚ, ਉਹ ਵਿਪਰ ਵਾਸਤੇ ਕਿਸ ਕਿਸਮ ਦਾ ਚੈਲੰਜ ਹੋ ਸਕਦਾ, ਰਾਜਨੀਤਿਕ ਤੌਰ 'ਤੇ ਕਿਸ ਕਿਸਮ ਦਾ ਚੈਲੰਜ ਹੋ ਸਕਦਾ, ਸਿਧਾਂਤਕ ਤੌਰ 'ਤੇ ਕਿਸ ਕਿਸਮ ਦਾ ਚੈਲੰਜ ਹੋ ਸਕਦਾ, ਜਿਹੜਾ ਕਿ ਉਹ ਸਾਹ ਤੱਕ ਨਹੀਂ ਲੈਣ ਦੇ ਰਿਹਾ ਸਿੱਖਾਂ ਨੂੰ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਪਾਵਰ ਕਿੱਦਾਂ ਦੀ ਆਉਂਦੀ ਆ। ਕੀ ਇੰਡੀਅਨ ਸਟੇਟ ਦੇ ਅੰਦਰ ਰਹਿੰਦੇ ਹੋਈ ਪਾਵਰ ਆਉਂਦੀ ਹੈ, ਜਿੱਦਾਂ ਬਾਦਲ ਕੇ ਕੋ ਆਈ ਜਾਂ ਹੋਰ ਕਿਸੇ ਕੋ ਆ ਜਾਵੇ? ਅਤੇ ਜੇ ਤਾਂ ਉੱਦਾਂ ਹੀ ਆਉਣੀ ਆ ਪਾਵਰ, ਫੇਰ ਤਾਂ ਮਤਲਬ ਸਾਡੀ ਜਿਹੜੀ ਆਈਡੈਂਟੀਟੀ ਆ ਉਹ ਵੀ ਖਤਰੇ 'ਚ ਹੋਣੀ ਆ। ਅਸੀਂ ਚੇਂਜ ਕੀ ਕਰ ਸਕਣਾ? ਫੇਰ ਤਾਂ ਮਤਲਬ ਜਿੱਦਾਂ ਅੱਜ ਕੱਲ੍ਹ ਹੁੰਦਾ ਹੀ ਆ, ਹਮੇਸ਼ਾ ਤੋਂ ਹੁੰਦਾ ਆ ਕਿ ਇੱਕੋ ਵੇਲੇ ਮਤਲਬ ਮਲਟੀ ਡਿਮੈਂਸ਼ਨਲ ਜਿਹੜੇ ਹਮਲੇ ਆ ਸਾਡੇ 'ਤੇ ਹੁੰਦੇ ਆ। ਅੱਜ ਕਿਤੇ ਮੋਰਚਾ ਵਾ, ਕੱਲ੍ਹ ਕਿਤੇ ਮੋਰਚਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਕਿਤੇ ਪਟਿਆਲਾ ਕਾਂਡ ਹੋ ਰਿਹਾ, ਕਿਤੇ ਭਾਰਤੀ ਸਿੰਘ ਕੁਛ ਬੋਲ ਦਿੰਦੀ ਆ। ਮਤਲਬ ਇਹ ਸਾਰੀਆਂ ਗੱਲਾਂ ਜਿਹੜਾ ਹੈਗਾ ਉਹ ਮਤਲਬ ਟਿਕਣਾ ਹੀ ਨਹੀਂ ਦਿੰਦੇ, ਇੱਕ ਮੁੱਦੇ ਪ੍ਰਤੀ ਸਾਨੂੰ ਕੰਸਨਟਰੇਟ ਹੀ ਨਹੀਂ ਹੋਣ ਦਿੰਦੇ ਹੈਗੇ। ਜੇ ਆਪਾਂ ਸਮਝਦੇ ਹਾਂ ਵੀ ਸ਼ੇਅਰਡ ਸੋਵਰੈਨਿਟੀ ਦੀ ਗੱਲ ਆ ਜਾਵੇ ਇੱਥੇ, ਜਿੱਦਾਂ ਦੀ ਕਸ਼ਮੀਰ ਨੂੰ ਦਿੱਤੀ ਗਈ ਜਿਹੜੀ ਹੈਗੀ ਆ, ਤਾਂ ਉਹ ਵੀ ਇੱਕ ਭੁਲੇਖਾ ਹੀ ਆ। ਜਿਹੜੀ ਸ਼ੇਅਰਡ ਸੋਵਰੈਨਿਟੀ ਆ, ਠੀਕ ਆ, ਤੁਸੀਂ ਉਹਦੇ ਜ਼ਰੀਏ ਕਿਸੇ ਹੱਦ ਤੱਕ ਆਪਣੀ ਧਰਤੀ ਨੂੰ ਬਚਾ ਸਕਦੇ ਹੋ। ਜਿੱਦਾਂ ਕਿ ਸਾਡੀ ਧਰਤੀ 'ਤੇ ਯੂਪੀ ਬਿਹਾਰ ਦਾ ਇੱਕ ਡੈਮੋਗ੍ਰਾਫਿਕ ਹਮਲਾ ਜਿਹੜਾ ਹੋਇਆ ਵਾ, ਅਤੇ ਤੁਸੀਂ ਮਤਲਬ ਕਾਨੂੰਨ ਲਿਆ ਸਕਦੇ ਹੋ ਜਿਹੜਾ ਹੈਗਾ ਆਪਣੇ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਨੂੰ ਕਿਸੇ ਹੱਦ ਤੱਕ ਜਿਹੜਾ ਹੈਗਾ ਵਾ ਸਿਧਾਂਤਕ ਰੂਪ ਦੇ ਵਿੱਚ ਕਾਇਮ ਰੱਖ ਸਕਦੇ ਹੋ। ਪਰ ਜੇ ਆਪਾਂ ਸੋਚਦੇ ਹਾਂ ਕਿ ਉਹਦੇ ਨਾਲ ਇੱਕ ਬਹੁਤ ਵੱਡਾ ਚੇਂਜ ਲਿਆਵਾਂਗੇ ਤਾਂ ਉਹ ਵੀ ਪੋਸੀਬਲ ਨਹੀਂ ਹੈਗਾ, ਕਿਉਂਕਿ ਸ਼ੇਅਰਡ ਸੋਵਰੈਨਿਟੀ ਉਹ ਇੱਕ ਨਾ ਇੱਕ ਦਿਨ ਸਟੇਟ ਨੇ ਖੋਣੀ ਆ। ਕਸ਼ਮੀਰ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ, ਅਤੇ ਨਾਗਾਲੈਂਡ ਸਾਡੇ ਸਾਹਮਣੇ ਆ। ਹੁਣ ਨਾਗਾਲੈਂਡ ਸੋਵਰਨ ਸਟੇਟ ਦੀ ਗੱਲ ਕਰਦਾ ਸੀ, ਉੱਥੋਂ ਖਿੱਚ ਕੇ ਉਹਨੂੰ ਮਤਲਬ ਸ਼ੇਅਰਡ ਸੋਵਰੈਨਿਟੀ ਤੋਂ ਲਿਆਂਦੇ ਕੌਂਸਟੀਟਿਊਸ਼ਨ, ਸਾਨੂੰ ਕੌਂਸਟੀਟਿਊਸ਼ਨ ਵੱਖਰਾ ਦਿੱਤਾ ਜਾਵੇ, ਸਾਨੂੰ ਝੰਡਾ ਵੱਖਰਾ ਦਿੱਤਾ ਜਾਵੇ, ਉੱਥੇ ਤੱਕ ਗੱਲ ਨੂੰ ਸੀਮਤ ਕੀਤਾ ਗਿਆ। ਉਹਦੇ ਬਾਰੇ ਜਿਹੜਾ ਇੱਕ ਫਰੇਮਵਰਕ ਬਣਾਇਆ, ਉਹਨੂੰ ਵੀ ਪਾਸ ਹੋਏ ਨੂੰ ਕਿੰਨਾ ਚਿਰ ਹੋ ਗਿਆ ਹੈ, ਹਾਲੇ ਤੱਕ ਵੀ ਗੱਲ ਕਿਸੇ ਸਿਰੇ ਨਹੀਂ ਲੱਗੀ ਹੈਗੀ। ਅਤੇ ਉਹ ਸਟੇਟ ਦੇ ਤਰੀਕੇ ਹੁੰਦੇ ਆ ਕਿ ਗੱਲ ਨੂੰ ਇੰਨਾ ਲਮਕਾ ਦਿੱਤਾ ਜਾਵੇ ਕਿ ਤੁਹਾਡੇ ਹੱਡਾਂ ਨੂੰ ਜੰਗ ਲੱਗ ਜਾਵੇ, ਤੁਹਾਡੇ ਜਿਹੜੇ ਮੇਨ ਲੀਡਰ ਆ ਉਹ ਧਰਤੀ ਤੋਂ ਚੜ੍ਹਾਈ ਕਰ ਜਾਣ, ਅਤੇ ਜਿਹੜਾ ਪੁਰਾਣਾ ਸ਼ਿਕੰਜਾ ਜਿਹੜਾ ਹੈਗਾ ਵਾ ਉਹ ਦੁਬਾਰਾ ਕੱਸਿਆ ਜਾ ਸਕੇ। ਸੋ ਗੱਲ ਇਹ ਹੈ ਕਿ ਜਦ ਤੱਕ ਸੰਪੂਰਨ ਪ੍ਰਭੂ ਸੱਤਾ ਖਾਲਸਾ ਪੰਥ ਦੇ ਕੋਲ ਨਹੀਂ ਆਉਂਦੀ, ਤਦ ਤੱਕ ਕੋਈ ਪੈਰਾਡਾਈਮ ਸ਼ਿਫਟ, ਇਨਕਲਾਬੀ ਤਬਦੀਲੀ ਜਿਹੜੀ ਹੈਗੀ ਆ ਇਸ ਧਰਤੀ 'ਤੇ ਉਹ ਲਿਆਉਣੀ ਪੋਸੀਬਲ ਨਹੀਂ ਹੈਗੀ। ਜੇ ਉਹ ਸਾਡੇ ਕੋਲ ਆਉਂਦੀ ਆ, ਜਿਹਦੇ ਲਈ ਸਿੱਖ ਸੰਘਰਸ਼ ਵੀ ਹੋਇਆ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਆ, ਅਤੇ ਫਿਰ ਬਹੁਤ ਵੱਡੀਆਂ ਤਬਦੀਲੀਆਂ ਇਸ ਧਰਤੀ 'ਤੇ ਵਾਪਰਨਗੀਆਂ, ਕਿਉਂਕਿ ਖਾਲਸਾ ਪੰਥ ਦਾ ਜਿਹੜਾ ਸ਼ੁੱਧ ਰੂਪ ਆ, ਜਿਹਨੇ ਧਰਤੀ 'ਤੇ ਮਾਰਚ ਕਰਨਾ ਵਾ,
ਉਹ ਪ੍ਰਗਟ ਜੇ ਹੋਣਾ ਉਸ ਮਾਹੌਲ ਦੇ, ਕਿਉਂਕਿ ਇੱਕ ਵਾਤਾਵਰਨ ਚਾਹੀਦਾ ਨਾ ਤੁਹਾਡਾ, ਆਪਣਾ ਗਿਆਨ ਪ੍ਰਬੰਧ ਚਾਹੀਦਾ, ਤੁਹਾਨੂੰ ਇੱਕ ਮਾਹੌਲ ਚਾਹੀਦਾ, ਇੱਕ ਪੂਰਾ ਐਟਮੋਸਫੇਅਰ ਚਾਹੀਦਾ ਜਿਹਦੇ ਵਿੱਚ ਤੁਸੀਂ ਵੱਧ ਫੁੱਲ ਸਕੋ, ਜਿਹਦੇ ਵਿੱਚ ਤੁਹਾਨੂੰ ਬੇਤੁਕੀਆਂ ਲੜਾਈਆਂ 'ਚ ਨਾ ਫਸਾਇਆ ਜਾਵੇ। ਤੁਸੀਂ ਜਿਹੜਾ ਹੈਗਾ ਵਾ ਆਪਣਾ ਤੁਹਾਡਾ ਕੌਨਸਟੀਟਿਊਸ਼ਨ ਹੋਵੇ, ਤੁਹਾਡਾ ਆਪਣਾ ਇੱਕ ਜਿਹੜਾ ਹੈਗਾ ਵਾ ਦਾਅਵਾ ਹੋਵੇ। ਦਾਅਵੇ ਤੋਂ ਮੇਰਾ ਭਾਵ ਨੈਗੇਟਿਵ ਰੂਪ 'ਚ ਨਹੀਂ ਹੈਗਾ, ਨੈਗੇਟਿਵ ਤਾਕਤਾਂ ਦੇ ਖਿਲਾਫ ਆ, ਜਿਹੜੀਆਂ ਜਿੱਦਾਂ ਜਾਤ ਪਾਤ ਦੀਆਂ ਤਾਕਤਾਂ ਨੇ, ਮਤਲਬ ਉਹਨਾਂ 'ਤੇ ਹੋਵੇ। ਅਤੇ ਫਿਰ ਨਿਸ਼ਚਿਤ ਤੌਰ 'ਤੇ ਜਿਹੜਾ ਇਹ ਇੱਕ ਮਾਡਲ ਵੀ ਉਸਰੂਗਾ, ਕਿਉਂਕਿ ਇਹ ਗੱਲ ਇਕੱਲੀ ਇਹ ਨਹੀਂ ਰਹਿ ਗਈ ਹੁਣ ਕਿ ਅਸੀਂ ਸੋਵਰੈਂਟੀ ਹਾਸਲ ਕਰਨੀ ਆ। ਗੱਲ ਉੱਥੋਂ ਅਗਲੀ ਆ ਕਿ ਅਸੀਂ ਜਿਹੜਾ ਸੰਸਾਰ ਪੱਧਰ 'ਤੇ ਵਰਲਡ ਆਰਡਰ ਦੇਣਾ ਹੈਗਾ ਵਾ, ਉਹ ਜਿਹੜਾ ਵਰਲਡ ਆਰਡਰ ਆ ਜਦੋਂ ਉਹ ਇੱਕ ਧਰਤੀ 'ਤੇ ਉਸਰਨਾ, ਇੱਕ ਸੋਵਰਨ ਸਟੇਟ ਦੇ ਅੰਦਰ ਹੀ ਉਤਰ ਸਕਦਾ ਵਾ। ਕੋਈ ਵੀ ਸਟੇਟ ਜਿਹੜੀ ਹੈਗੀ ਆ ਉਹ ਦੂਜੇ ਆਰਡਰ ਨੂੰ, ਸੋਵਰਨ ਸਟੇਟ ਆਪਣੀ ਧਰਤੀ 'ਤੇ ਉੱਤਰ ਨਹੀਂ ਦਿੰਦੀ। ਤੁਸੀਂ ਆਪਣੀ ਸੋਵਰਨ ਟੈਰੀਟਰੀ 'ਤੇ ਹੀ ਉਹਨੂੰ ਉਸਾਰ ਸਕਦੇ ਹੋ। ਜੇ ਉਹ ਆਊਗਾ ਤਾਂ ਨਿਸ਼ਚਿਤ ਤੌਰ 'ਤੇ ਜਿਹੜੇ ਹੈਗੇ ਆ ਇੰਡੀਆ ਦੇ ਜਿਹੜੇ ਹਾਲਾਤ ਨੇ, ਪੋਲੀਟੀਕਲ ਹਾਲਾਤ, ਉਹਨਾਂ ਵਿੱਚ ਵੀ ਤਬਦੀਲੀ ਆਊਗੀ। ਅਤੇ ਜਿਹੜੇ ਸਮਾਜਿਕ ਹਾਲਾਤ ਨੇ, ਯਾਨੀ ਸਿਧਾਂਤਕ ਤੁਸੀਂ ਕਹਿ ਲਓ, ਸਮਾਜਿਕ ਹਾਲਾਤ ਵੀ ਬਦਲਣਗੇ, ਕਿਉਂਕਿ ਜਿਹੜੀ ਜਾਤ ਪਾਤ ਦੀ ਸੱਤਾ ਵਾ, ਹਜ਼ਾਰਾਂ ਸਾਲ ਹੋ ਗਏ ਜਾਤ ਪਾਤ ਦੀ ਸੱਤਾ ਉੱਦਾਂ ਹੀ ਕਾਇਮ ਆ। ਪਹਿਲਾਂ ਸਮਾਜਿਕ ਸੱਤਾ ਸੀ, ਹੁਣ ਤਾਂ ਪੋਲੀਟੀਕਲ ਸੱਤਾ ਵੀ ਉਹਨਾਂ ਦੇ ਕੋਲ ਆ ਜਿਹੜੀ ਹੈਗੀ ਆ। ਅਤੇ ਤੁਸੀਂ ਦੇਖ ਲਓ, ਚਾਹੇ ਮੀਡੀਆ ਹੋਵੇ, ਚਾਹੇ ਪੋਲੀਟੀਕਲ ਕਲਾਸ ਹੋਵੇ, ਜੇ ਉਹਦੇ ਵਿੱਚ ਕੋਈ ਦਲਿਤ ਐਂਟਰ ਵੀ ਕਰ ਜਾਂਦਾ ਤਾਂ ਉਹ ਕਰਪਟ ਹੋ ਜਾਂਦਾ। ਜਿੱਦਾਂ ਸਿੱਖ ਪੋਲੀਟਿਕਸ ਦੇ ਵਿੱਚ, ਇੰਡੀਅਨ ਪੋਲੀਟਿਕਸ 'ਚ ਐਂਟਰ ਕਰਦਾ ਅਤੇ ਨਾਲ ਹੀ ਉਹ ਖੁਰਨਾ ਸ਼ੁਰੂ ਹੋ ਜਾਂਦਾ ਵਾ ਜਿਹੜਾ ਹੈਗਾ। ਸੋ ਵੱਡੀਆਂ ਤਬਦੀਲੀਆਂ ਵਾਪਰਨਗੀਆਂ। ਸੋ ਇਕੱਲੀਆਂ ਇੱਥੇ ਨਹੀਂ ਹੋਊਗੀਆਂ, ਵਾਪਰਨਗੀਆਂ। ਉਹਦੇ ਨਾਲ ਜਿਹੜੇ ਸਟੇਟ ਦੇ ਅੰਦਰ ਹੋਰ ਖਿੱਤੇ ਵੀ ਸੋਵਰੈਂਟੀ ਲਈ ਲੜ ਰਹੇ ਆ, ਉਹਨਾਂ ਨੂੰ ਵੀ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਉਹ ਹੋਣਗੀਆਂ। ਜਿਹੜਾ ਤੁਸੀਂ ਇਹਦੇ ਵਿੱਚ ਗੱਲ ਕੀਤੀ ਹੈ ਕਿ ਸੋਵਰੈਨਿਟੀ ਦੀ ਜਾਂ ਰਾਜ ਦੀ, ਸਿੱਖਾਂ ਦਾ ਜੋ ਪਾਤਸ਼ਾਹੀ ਦਾਅਵਾ ਆ, ਉਹਦਾ ਮੂੰਹ ਮਹਾਂਦਰਾ ਕਿਵੇਂ ਦਾ ਹੋਊਗਾ ਜਾਂ ਕਿਵੇਂ ਦਾ ਹੋ ਸਕਦਾ ਹੈ? ਕਿਉਂਕਿ ਇਹਦੇ ਉੱਤੇ ਬਹੁਤ ਸਿੱਖਾਂ ਦੇ ਵਿੱਚ ਵੀ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਆ। ਕਿਤੇ ਸੰਤਾਂ ਦੀ ਉਹ ਸਟੇਟਮੈਂਟ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਊਗਾ ਅਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਉਹ ਕਿਵੇਂ ਦਾ ਹੋਊਗਾ? ਕਿਉਂਕਿ ਮੈਂ ਚਾਹੁੰਦਾ ਕਿ ਇਹਦਾ ਤੁਸੀਂ ਜ਼ਰੂਰ ਨਿਖਾਰ ਕੇ ਜਵਾਬ ਦਿਓ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਸੈਕਸ਼ਨ ਉਹ ਆ ਜਿਹੜੇ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਉਭਾਰਦਾ ਕਿ ਲੜਾਈ ਵੱਧ ਅਧਿਕਾਰਾਂ ਦੀ ਸੀ। ਕਿਤੇ ਸਟੇਟਮੈਂਟ ਦਿਖਾ ਦਿਓ, ਕਿਤੇ ਕਲੀਅਰ ਕੱਟ ਮਤਾ ਪਾਸ ਦਿਖਾ ਦਿਓ। ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਜਿਹੜਾ ਜ਼ਰੂਰ ਸਾਂਝਾ ਕਰੋ। ਦੇਖੋ, ਇਹ ਤਾਂ ਆਪਾਂ 47 ਤੋਂ ਪਿੱਛੇ ਜਾਣਾ ਪਊਗਾ ਆਪਾਂ ਨੂੰ। ਜੇ ਆਪਾਂ ਸੰਤਾਂ ਨੂੰ ਸਮਝਣਾ ਜਾਂ ਸੰਤ ਜਰਨੈਲ ਸਿੰਘ ਦੀ ਨੀਤੀ ਨੂੰ ਸਮਝਣਾ, ਰਣਨੀਤੀ ਨੂੰ, ਅਤੇ ਉਹਨਾਂ ਦੇ ਖਾਲਿਸਤਾਨ ਪ੍ਰਤੀ ਜਿਹੜੀ ਉਹਨਾਂ ਨੇ ਨੀਤੀ ਅਡੋਪਟ ਕੀਤੀ, ਇਹ ਕਿਉਂਕਿ ਇਹ ਮਿਸਕੋਟ ਕਰਦੇ ਆ ਸੰਤ ਜਰਨੈਲ ਸਿੰਘ ਹੋਣਾ ਦੇ ਬਿਆਨ ਨੂੰ, ਜਾਂ ਉਹਨਾਂ ਦੀ ਸਾਰੇ ਅਮਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਇੱਕ ਢੰਗ ਹੈਗਾ। ਇਹ ਅਪਣਾਇਆ ਜਾਂਦਾ ਇੱਕ ਸੈਕਸ਼ਨ ਵੱਲੋਂ, ਸਿੱਖਾਂ ਤੋਂ ਬਾਹਰ ਵੀ, ਸਿੱਖਾਂ ਦੇ ਅੰਦਰ ਵੀ ਜਿਹੜਾ ਹੈਗਾ। ਉਹ ਕੀ ਹੈ ਕਿ ਜਿਹੜੀ ਹੁਣ ਗਦਰੀ ਬਾਬੇ ਸੀਗੇ, ਉਹ ਹੈ ਤਾਂ ਬੜੇ ਪਵਿੱਤਰ ਸ਼ਖਸੀਅਤਾਂ ਸੀਗੀਆਂ, ਅਤੇ ਉਹ ਆਜ਼ਾਦੀ ਲਈ ਲੜੇ ਆ ਉਹ, ਪਰ ਉਹ 1849 ਤੋਂ ਬਾਅਦ, ਉਸ ਤੋਂ ਬਾਅਦ ਸਿੰਘ ਸਭਾ ਲਹਿਰ ਨੇ ਤਾਂ ਕਿਉਂਕਿ ਧਾਰਮਿਕ ਖੇਤਰ ਤੱਕ ਆਪਣੇ ਆਪ ਨੂੰ ਸੀਮਿਤ ਕੀਤਾ। ਜਿਹੜਾ ਪੋਲੀਟੀਕਲ ਖੇਤਰ ਸੀਗਾ ਉਹ ਉਹਨਾਂ ਦਾ ਸਾਇਲੈਂਟ ਸੀਗਾ, ਅਤੇ ਉਹ ਜਿਹੜਾ ਉਹ ਸ਼ੇਅਰਡ ਸੋਵਰੈਨਿਟੀ ਦੇ ਅੰਦਰ ਦਾਖਲ ਹੋ ਗਏ ਸੀ ਗਦਰੀ ਬਾਬੇ। ਉੱਥੇ ਸੋਵਰੈਨਿਟੀ ਦੀ ਗੱਲ ਜਾਂ ਪਾਤਸ਼ਾਹੀ ਦਾਅਵੇ ਦੀ ਗੱਲ ਜਿਹੜੀ ਸੀ ਉਹ ਸਿੱਧੇ ਰੂਪ 'ਚ ਨਹੀਂ ਸੀ ਆਈ। ਹਾਂ, ਜੇ ਉਹਨਾਂ ਦੇ ਕੋਲ ਮਤਲਬ ਜਿੱਤ ਜਾਂਦੇ ਉਹ ਉਸ ਵੇਲੇ, ਫਿਰ ਕੀ ਹਾਲਤ ਬਣਦੀ, ਉਹ ਇੱਕ ਡਿਫਰੈਂਟ ਜਿਹੜਾ ਹੈਗਾ ਬਹਿਸ ਦਾ ਕੁਐਸਚਨ ਹੋ ਸਕਦਾ। ਪਰ ਇਤਿਹਾਸ ਦੇ ਵਿੱਚ ਜੋ ਵਾਪਰਿਆ ਆਪਾਂ ਨੂੰ ਉਹਦੇ ਅਕੋਰਡਿੰਗ ਹੀ ਜਾਣਾ ਪੈਣਾ, ਜੇ ਇਹਦਾ ਕੋਈ ਮੀਨਿੰਗ ਨਹੀਂ ਹੈਗਾ। ਅਤੇ ਉਹ ਸ਼ੇਅਰਡ ਸੋਵਰੈਨਿਟੀ ਦੇ ਹੱਕ ਦੇ ਵਿੱਚ ਉਤਰੇ ਆਏ ਸੀ। ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜੀ ਅਕਾਲੀ ਪੋਲੀਟਿਕਸ ਆ, ਇਸ ਤਰੀਕੇ ਨਾਲ ਹੀ ਉਹਨੇ ਐਡਵਾਂਸ ਕੀਤਾ। 47 ਵੇਲੇ ਹਾਲਾਤ ਬਣ ਰਹੇ ਸੀਗੇ, ਪਰ ਕਿਉਂਕਿ ਡੈਮੋਗ੍ਰਾਫਿਕ ਪ੍ਰੋਬਲਮਸ ਸੀਗੀਆਂ ਇਲਾਕੇ ਦੇ ਵਿੱਚ, ਉਹ ਨਹੀਂ ਗੱਲ ਬਣੀ। ਅਤੇ
ਇੱਕ ਭਾਰਤ ਅੰਦਰ ਇੱਕ ਸਬ ਨੇਸ਼ਨ ਦੇ ਤੌਰ 'ਤੇ ਰਹਿਣਾ ਸਿੱਖਾਂ ਨੇ ਸਿੱਖ ਲੀਡਰਸ਼ਿਪ ਨੇ ਜਿਹੜਾ ਹੈਗਾ ਉਹ ਤੈਅ ਕੀਤਾ। ਸੋ ਉਸ ਸਮੇਂ ਤੋਂ ਲੈ ਕੇ ਸੰਤ ਜਰਨੈਲ ਸਿੰਘ ਤੱਕ ਜਿਹੜੀ ਸਿੱਖਾਂ ਦੀ ਪ੍ਰੈਕਟਿਸ ਆ ਉਹ ਇੱਕ ਸਬ ਨੇਸ਼ਨ ਵਾਲੀ ਆ। ਇੱਕ ਨੇਸ਼ਨ ਹੁੰਦੇ ਹੋਏ, ਪੂਰਨ ਨੇਸ਼ਨ ਹੁੰਦੇ ਹੋਏ ਪ੍ਰੈਕਟਿਸ ਸਬ ਨੇਸ਼ਨ ਵਾਲੀ ਆ। ਤੇ ਤੁਸੀਂ ਜਿਹੜੀ ਕੌਮ ਸਬ ਨੇਸ਼ਨ ਤੋਂ, ਹੁਣ ਮੇਰਾ ਮੀਨਿੰਗ ਇਹ ਆ ਵੀ ਉਹਨਾਂ ਦਾ ਇੰਡੀਆ ਵਿੱਚ ਪੂਰਾ ਵਿਸ਼ਵਾਸ ਆ, ਇੰਡੀਆ ਦੀ ਸੋਵਰੈਨਿਟੀ 'ਚ, ਪਵਿੱਤਰਤਾ 'ਚ, ਉਹਨਾਂ ਦੇ ਕੌਨਸਟੀਟਿਊਸ਼ਨ ਦੇ ਵਿੱਚ ਪੂਰਾ ਵਿਸ਼ਵਾਸ ਆ। ਹਿੰਦੂਆਂ ਨਾਲ ਸਮਾਜਿਕ ਰਿਸ਼ਤੇ ਹੈਗੇ ਨੇ, ਮੈਂ ਨਹੀਂ ਕਹਿ ਰਿਹਾ ਕਿ ਉਹ ਤੋੜਨੇ ਚਾਹੀਦੇ ਆ, ਪਰ ਉਹ ਸਮਾਜਿਕ ਰਿਸ਼ਤੇ ਇਸ ਤਰ੍ਹਾਂ ਦੇ ਨੇ ਕਿ ਤੁਸੀਂ ਆਪਣਾ ਦਾਵਾ ਵੀ ਤਿਆਗਣ ਤੱਕ ਜਾਂਦੇ ਹੋ ਜਿਹੜਾ ਹੈਗਾ। ਤੇ ਉਸ ਤੋਂ ਇਲਾਵਾ ਉਹ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਪ੍ਰਤੀ ਤੁਸੀਂ ਨਤਮਸਤਕ ਹੋ। ਦਿੱਲੀ ਤਖਤ ਅੱਗੇ ਤੁਸੀਂ ਇੱਕ ਤਰ੍ਹਾਂ ਡੰਡੌਤ ਕਰਨ ਲੱਗ ਪੈਂਦੇ ਹੋ। ਸੋ ਆਹ ਹਾਲਤ ਉਸ ਵੇਲੇ ਸੀ। ਸੰਤ ਉਸ ਵੇਲੇ ਮਾਤਾ ਅਨੰਦਪੁਰ 'ਤੇ ਮੋਰਚਾ ਲੱਗਦਾ ਅਤੇ ਸੰਤ ਜਰਨੈਲ ਸਿੰਘ ਪਹਿਲੇ ਇਹ ਗੱਲ ਸਪਸ਼ਟ ਕਰ ਦਿੰਦੇ ਆ ਕਿ ਜੇ ਐਤਕੀ ਦਰਬਾਰ ਸਾਹਿਬ 'ਤੇ ਹੁਣ ਹਮਲਾ ਹੁੰਦਾ ਅਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਗੱਲ ਸਪਸ਼ਟ ਆ ਪਹਿਲੇ ਦਿਨ ਤੋਂ। ਉਸ ਤੋਂ ਬਾਅਦ ਉਹਨਾਂ ਦੇ ਬਿਆਨ ਨੇ ਹੁੰਦੇ ਨੇ ਕਿ ਨਾ ਅਸੀਂ ਖਾਲਿਸਤਾਨ ਦੇ ਹੱਕ 'ਚ ਨਾ ਵਿਰੋਧ 'ਚ, ਬਾਰ-ਬਾਰ ਦੁਹਰਾਉਂਦੇ ਨੇ। ਦੇਖੋ ਜੇ ਉਹਨਾਂ ਨੇ ਵਿਰੋਧ ਕਰਨਾ ਹੁੰਦਾ ਤਾਂ ਉਹ ਸਿੱਧਾ ਕਹਿੰਦੇ, ਨਾ ਹੱਕ 'ਚ ਨਾ ਵਿਰੋਧ 'ਚ। ਉਹਨਾਂ ਨੂੰ ਇਹ ਵੀ ਸਪਸ਼ਟ ਆ ਕਿ ਹਮਲਾ ਹੋਣਾ ਵਾ। ਹੁਣ ਤੁਸੀਂ ਜਿਹੜੀ ਤੁਹਾਡੀ ਕੌਮ ਆ ਜਾਂ ਤੁਹਾਡੀ ਲੀਡਰਸ਼ਿਪ ਆ ਉਹਨੂੰ ਇੱਕਦਮ ਛਾਲ ਜੰਪ ਕਰਾ ਕੇ ਸੋਵਰੈਨਿਟੀ ਦੇ ਵਿੱਚ ਨਹੀਂ ਲਿਆ ਸਕਦੇ। ਸੋਵਰੈਨਿਟੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਆ ਨਾ ਉਹ ਲਿਆਂਦੀ ਨਹੀਂ ਜਾ ਸਕਦੀ, ਉਹਨਾਂ ਨੂੰ ਪ੍ਰਵਾਨਗੀ ਨਹੀਂ ਦਵਾਈ ਜਾ ਸਕਦੀ ਮਾਈਂਡ ਦੇ ਅੰਦਰ ਜਿਹੜੀ ਹੈਗੀ ਆ, ਕਿਉਂਕਿ ਇੰਨਾ ਕੁਛ ਪਹਿਲਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਪ੍ਰਵਾਨ ਕਰੀ ਬੈਠੇ ਹਾਂ, ਸਥਾਪਿਤ ਕਰੀ ਬੈਠੇ ਹਾਂ। ਉਹ ਸਾਡੇ ਅੰਦਰ ਐਸਟੈਬਲਿਸ਼ ਹੋਇਆ, ਗੁਲਾਮੀ ਐਸਟੈਬਲਿਸ਼ ਹੋਈ ਆ ਸਾਡੇ ਅੰਦਰ, ਅਤੇ ਉਹ ਅਰਧ ਗੁਲਾਮੀ ਜਾਂ ਪੂਰਨ ਗੁਲਾਮੀ ਸਾਡੇ ਅੰਦਰ ਸਟੈਬਲਿਸ਼ ਆ। ਸੋ ਸੰਤਾਂ ਮੂਹਰੇ ਇਹ ਗੱਲ ਸੀਗੀ ਕਿ ਇੱਕ ਪ੍ਰੋਸੈਸ ਦੇ ਜ਼ਰੀਏ ਉਹਨੂੰ ਕੱਢਿਆ ਜਾਵੇ ਬਾਹਰ। ਸੋ ਸੰਤ ਜਰਨੈਲ ਸਿੰਘ ਉਹਨੂੰ 6 ਜੂਨ ਤੱਕ ਖਿੱਚ ਕੇ ਲੈ ਕੇ ਗਏ, ਜਿੱਥੇ ਉਹਨਾਂ ਨੇ ਉਹ ਸਿਖਰ ਦਿਖਾਈ, ਜਿੱਥੋਂ ਖੜ ਕੇ ਸਿੱਖ ਪੰਥ ਦੀ ਤਬਾਹੀ ਜਿਹੜੀ ਹੈਗੀ ਆ ਉਹ ਸਾਫ਼ ਦਿਖਦੀ ਸੀ। ਹੁਣ ਇਹ ਨਹੀਂ ਹੈਗਾ ਕਿ ਸੋਵਰੈਨਿਟੀ ਦੀ ਗੱਲ ਜਾਂ ਪਾਤਸ਼ਾਹੀ ਦਾਅਵੇ ਦੀ ਗੱਲ ਸੰਤ ਜਰਨੈਲ ਸਿੰਘ ਦਾ ਮੌਲਿਕ ਵਿਚਾਰ ਸੀ। ਇਹ ਤਾਂ ਗੁਰੂ ਸਾਹਿਬ ਦਾ ਤੁਰ ਦਰਗਾਹੋਂ ਸਾਨੂੰ ਮਿਲਿਆ ਹੋਇਆ। ਸੰਤ ਜਰਨੈਲ ਸਿੰਘ ਨੇ ਉਹਨਾਂ ਨੂੰ ਉਸ ਵਿਚਾਰ ਨੂੰ ਸਿੱਖਾਂ ਦੇ ਮਨਾਂ ਦੇ ਅੰਦਰ ਪੁਨਰ ਸਥਾਪਿਤ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਇਆ। ਇੱਕ ਕਿਤਾਬ ਹੈਗੀ ਆ ਵਾਰ ਐਂਡ ਪੀਸ, ਇਹ ਤਾਮਿਲ ਜਿਹੜਾ ਸੀਗਾ LTT, ਉਹਨਾਂ ਦਾ ਜਿਹੜਾ ਪੋਲੀਟੀਕਲ ਵਿੰਗ ਦਾ ਆਗੂ ਸੀਗਾ, ਮੁਖੀ ਸੀਗਾ, ਬਾਲਾ ਸਿੰਘਮ, ਉਹਨੇ ਕਿਤਾਬ ਲਿਖੀ ਸੀਗੀ ਇਹ। ਹੁਣ ਤਾਂ ਉਹ ਧਰਤੀ 'ਤੇ ਨਹੀਂ ਹੈਗਾ, ਉਹਨਾਂ ਦੀ ਮੂਵਮੈਂਟ ਕ੍ਰਸ਼ ਹੋਣ ਤੋਂ ਪਹਿਲਾਂ ਹੀ ਉਹਦੀ ਡੈਥ ਹੋ ਗਈ ਸੀਗੀ। ਅਤੇ ਉਹਨੇ ਨਾ ਕਿਤਾਬ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਕਹੀ ਆ, ਉਹਨੂੰ ਅਸੀਂ ਆਪਣੇ ਨਾਲ ਜੋੜ ਕੇ ਦੇਖ ਸਕਦੇ ਹਾਂ। ਉਹ ਕਹਿੰਦਾ ਅਸੀਂ ਸ਼੍ਰੀਲੰਕਾ ਨਾਲ, ਯਾਨੀ ਕਿ ਜਿਹੜੇ ਸਿੰਹਾਲੀ ਬੁੱਧਿਸਟ ਆ, ਉਹਨਾਂ ਨਾਲ ਹਰ ਤਰੀਕੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਅਸਫਲ ਰਹੇ, ਯਾਨੀ ਕਿ ਉਹਨਾਂ ਨੇ ਸਾਨੂੰ ਅਸਫਲ ਕੀਤਾ। ਉਸ ਤੋਂ ਬਾਅਦ ਅਸੀਂ ਆਪਣੀ ਸੋਵਰੈਨਿਟੀ ਦੀ, ਸੈਲਫ ਡਿਟਰਮੀਨੇਸ਼ਨ ਦੀ ਜੰਗ ਸ਼ੁਰੂ ਕੀਤੀ। ਸੋ ਸੰਤਾਂ ਨੇ 6 ਜੂਨ ਨੂੰ ਇਹ ਸਿੱਧ ਕਰ ਦਿੱਤਾ ਕਿ ਅਸੀਂ ਵੀ ਤੁਹਾਡੇ ਨਾਲ ਹਰ ਤਰੀਕੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਹਰ ਮੌਕਾ ਪ੍ਰੋਵਾਈਡ ਕੀਤਾ, ਪਰ ਹੁਣ ਜਿਹੜਾ ਸਾਡਾ ਸੰਘਰਸ਼ ਆ ਹੁਣ ਖਾਲਿਸਤਾਨ ਦਾ ਹੋਊਗਾ। ਇਸ ਸਾਰੀ ਘਾਲਣਾ ਦੇ ਵਿੱਚ ਸੋਵਰਨ ਸਿੱਖ ਸਪਿਰਿਟ ਨੂੰ ਕਿਸ ਹੱਦ ਤੱਕ ਸੰਤ ਰਿਵਾਈਵ ਕਰ ਸਕੇ ਕੌਮ ਦੇ ਅੰਦਰ? ਦੇਖੋ, ਮੈਂ ਕਹਿੰਦਾ ਕਿ ਰਿਵਾਈਵ ਕਰਨ ਦੇ ਵਿੱਚ ਜੇ ਯੋਗਦਾਨ ਆ 20ਵੀਂ ਸਦੀ ਦੇ ਵਿੱਚ ਤਾਂ ਹੈ ਹੀ ਉਹਨਾਂ ਦਾ ਯੋਗਦਾਨ। ਅਤੇ ਕਿਉਂਕਿ ਜਿਹੜੀ ਉਸ ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ 10-11 ਸਾਲ ਗਹਿ-ਗੱਚ ਤਰੀਕੇ ਨਾਲ, ਬੜੇ ਜ਼ਬਰਦਸਤ ਤਰੀਕੇ ਨਾਲ ਲੜੀ ਜਾਂਦੀ ਆ, ਅਤੇ ਉਹਦਾ ਬੇਸ ਕੌਣ ਬਣਦਾ?
ਉਹ ਸੰਤ ਜਰਨੈਲ ਸਿੰਘ ਨੇ ਜਾਂ ਸ਼ਹੀਦ ਸਿੰਘ ਨੇ। ਜਿਹੜਾ ਮਤਾ ਆਉਂਦਾ ਵਾ, ਐਲਾਨਨਾਮਾ ਆਉਂਦਾ ਜਿਹੜਾ 29 ਅਪ੍ਰੈਲ 1986 ਵਾਲਾ, ਉਹਦੇ ਪਿੱਛੇ ਕੌਣ ਖੜਾ ਕਰ? ਸੰਤ ਜਰਨੈਲ ਸਿੰਘ ਖੜੇ ਨੇ। ਉਹਨਾਂ ਦਾ ਜਿਹੜਾ ਸੰਘਰਸ਼ ਆ, ਉਹਨਾਂ ਦੀ ਸ਼ਹਾਦਤ ਆ ਜਿਹੜੀ, ਉਹ ਖੜੀ ਹੈ। ਇਹਦੇ ਕਾਰਨ ਹੀ ਅਸੀਂ ਅਗਲੇ ਪੜਾਅ ਦੇ ਵਿੱਚ ਦਾਖਲ ਹੋ ਸਕੇ, ਨਹੀਂ ਤਾਂ ਅਸੀਂ ਪਿਛਲੇ ਪੜਾਅ ਦੇ ਵਿੱਚ ਹੀ ਰਹਿਣਾ ਸੀ, ਮਤਲਬ ਵੱਧ ਅਧਿਕਾਰ ਵਾਲੇ ਪੜਾਅ 'ਚ ਹੀ ਰਹਿਣਾ ਸੀ। ਸੋ ਉਹ ਉੱਥੇ ਸੰਤ ਜਰਨੈਲ ਸਿੰਘ ਦੀ ਪਰਸਨੈਲਿਟੀ, ਸ਼ਹੀਦਾਂ ਦੀ ਜਿਹੜੀ ਕਮਾਈ ਆ, ਉਹਨੂੰ ਕਿਸੇ ਰੂਪ 'ਚ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸ ਜੋ ਜੰਗ ਹੋਈ ਆ ਤੀਜਾ ਘੱਲੂਘਾਰਾ, ਜਿਹਨੂੰ ਅਸੀਂ ਕਹਿੰਦੇ ਜੂਨ 1984 ਦੇ ਵਿੱਚ, ਜਾਂ ਉਸ ਤੋਂ ਬਾਅਦ ਸੰਘਰਸ਼ ਲੜਿਆ ਗਿਆ, ਇਸ ਦਾ ਵਿਪਰ ਦੇ ਤਖਤ ਦੇ ਉੱਤੇ ਜਾਂ ਵਿਪਰ ਦੀ ਤਾਕਤ ਦੇ ਉੱਪਰ, ਇੰਡੀਅਨ ਸਟੇਟ ਦੇ ਉੱਪਰ ਕੀ ਪ੍ਰਭਾਵ ਪਿਆ, ਅਤੇ ਕੀ ਉਹ ਪ੍ਰਭਾਵ ਹਜੇ ਤੱਕ ਵੀ ਜਾਰੀ ਆ? ਦੇਖੋ, ਜੇ ਤਾਂ ਮੈਂ ਇੱਕ ਲਫ਼ਜ਼ 'ਚ ਤੁਸੀਂ ਸੰਖੇਪ 'ਚ ਪੁੱਛੋ ਤਾਂ ਉਹਨਾਂ ਨੂੰ ਮਹਾ ਕੰਬਣੀ ਛਿੜ ਗਈ ਸੀ, ਅਤੇ ਉਹ ਕੰਬਣੀ ਅੱਜ ਵੀ ਉਹਨਾਂ ਦੇ ਅੰਦਰ ਹੈਗੀ ਹੈ। ਜਾਂ ਐਂ ਕਹਿ ਲਓ ਵੀ ਜਿਹੜਾ ਭੁਚਾਲ ਦਾ ਵੱਡਾ ਝਟਕਾ ਉਹਨਾਂ ਨੂੰ ਲੱਗਾ ਸੀਗਾ, ਉਹ ਝਟਕੇ ਹਲੇ ਵੀ ਰਹਿ ਕੇ ਉਹਨਾਂ ਨੂੰ ਲੱਗਦੇ ਪਏ ਆ। ਕਿਉਂਕਿ ਉਹ ਸੰਘਰਸ਼ ਦੀ ਉਹ ਗਤੀ ਜਾਂ ਉਹ ਵੇਗ, ਉਹ ਤਾਂ ਚਲੋ ਅੱਜ ਨਹੀਂ ਹੈਗਾ, ਪਰ ਆਈਡੀਆ ਹੈਗਾ ਜਿਉਂਦਾ। ਨੌਜਵਾਨ ਆਈਡੀਏ ਪ੍ਰਤੀ ਜੁੜੇ ਵੀ ਹੋਏ ਨੇ। ਸੰਸਾਰ ਪੱਧਰ 'ਤੇ ਜਿਹੜਾ ਮਤਲਬ ਸਾਡੀ ਅਗਲੀ ਪੀੜ੍ਹੀ ਆਈ, ਉਹ ਇਸ ਆਈਡੀਏ ਨੂੰ ਅਪਣਾਈ ਵੀ ਹੋਈ ਆ, ਸਮਝਦਾਰ ਵੀ ਅੱਗੇ ਨਾਲੋਂ, ਮਤਲਬ ਜ਼ਿਆਦਾ ਇੰਟੈਲੀਜੈਂਟ। ਕੁਦਰਤੀ ਗੱਲ ਆ, ਮਤਲਬ ਜਦੋਂ ਤੁਸੀਂ ਇੱਕ ਸੰਘਰਸ਼ 'ਚੋਂ ਨਿਕਲਦੇ ਹੋ, ਤੁਸੀਂ ਹੋਰ ਮੈਚਿਓਰ ਹੋ ਜਾਂਦੇ ਹੋ। ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪਿਛਲੇ ਮੈਚਿਓਰ ਨਹੀਂ ਸੀ, ਪਿਛਲੇ ਸੰਘਰਸ਼ 'ਚ ਤੁਸੀਂ ਸਿੱਖ ਕੇ ਆਉਂਦੇ ਹੋ ਜਿਹੜਾ ਹੈਗਾ। ਅਤੇ ਵਰਲਡ ਪੱਧਰ 'ਤੇ ਜਿੱਦਾਂ ਦੀ ਸਾਨੂੰ ਰੈਕਗਨਾਈਜੇਸ਼ਨ ਮਿਲ ਰਹੀ ਆ, ਉਹ ਬੜੀ ਇੰਪੋਰਟੈਂਟ ਆ। ਫਿਰ ਇਸ ਸੰਘਰਸ਼ ਦੇ ਵਿੱਚੋਂ ਇੰਡੀਅਨ ਸਟੇਟ ਦਾ ਕਰੂਪ ਚਿਹਰਾ ਜਿਹੜਾ ਹੈਗਾ ਵਾ, ਉਹ ਸਾਹਮਣੇ ਆਉਂਦਾ। ਪੋਲੀਟਿਕਸ ਦੇ ਵਿੱਚ ਇੱਕ ਪੈਰਾਡਾਈਮ ਸ਼ਿਫਟ ਵਾਪਰਦਾ। ਜਿਹੜੀ ਪੋਲੀਟਿਕਸ ਅੱਗੇ ਇੰਡੀਅਨ ਫਰੇਮਵਰਕ, ਕੌਨਸਟੀਟਿਊਸ਼ਨਲ ਫਰੇਮਵਰਕ ਤੱਕ ਸੀਮਤ ਸੀਗੀ, ਉਹਦੇ ਪੈਰਲਲ ਇੱਕ ਪੋਲੀਟਿਕਸ ਉੱਭਰਦੀ ਆ, ਜਿਹੜੀ ਕਿ ਉਹਦੇ ਕੌਨਸਟੀਟਿਊਸ਼ਨਲ ਫਰੇਮਵਰਕ ਤੋਂ ਬਾਹਰ ਜਾਂਦੀ ਆ। ਅਤੇ ਇਹਦੇ ਨਾਲ ਹੀ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ, ਜਿਹੜਾ ਖਾਲਸਾ ਰਾਜ ਦਾ ਸੁਪਨਾ ਸੀ, ਜਿਹੜਾ ਕਿਤੇ ਸਾਡੇ ਅੰਦਰ ਸੁੱਤਾ ਪਿਆ ਸੀ, ਉਹ ਜਾਗ ਜਾਂਦਾ ਵਾ। ਜਿਹੜੀ ਸਾਡੀ ਆਇਡੈਂਟੀਟੀ ਨੂੰ ਮਾਰਨ ਦੀ ਗੱਲ ਸੀਗੀ, ਉਹ ਇੱਕ ਕਵਾਇਦ ਲਗਾਤਾਰ ਤੁਰੀ ਆਉਂਦੀ ਸੀਗੀ, ਅਤੇ ਬਹੁਤ ਮੂੰਹ ਜ਼ੋਰ ਹੋ ਗਈ ਸੀਗੀ, ਅਤੇ ਉਹਨੂੰ ਵੀ ਡੱਕਾ ਵੱਜਾ। ਜੇ ਉਹ ਸੰਘਰਸ਼ ਨਾ ਹੁੰਦਾ, ਜੇ ਉਹ ਸ਼ਹਾਦਤਾਂ ਨਾ ਹੁੰਦੀਆਂ, ਤਾਂ ਜੇ ਉਹਨੂੰ ਵਿੱਚੋਂ ਮਨਫੀ ਕਰ ਦਈਏ ਉਸ ਸੰਘਰਸ਼ ਨੂੰ, ਉਸ ਸਮੇਂ ਨੂੰ, ਤਾਂ ਮੈਂ ਸਮਝਦਾ ਕਿ ਸਾਡਾ ਜਿਹੜਾ ਭਾਰਤੀਕਰਨ ਆ, ਉਹ ਬਹੁਤ ਵੱਡੇ ਪੱਧਰ 'ਤੇ ਹੋ ਚੁੱਕਾ ਹੋਣਾ ਸੀ ਇਸ ਵੇਲੇ। ਸੋ ਉਸ ਸੰਘਰਸ਼ ਦੀ ਬਹੁਤ ਵੱਡੀ ਦੇਣ ਆ, ਜਿਹੜੇ ਕਿ ਸਟੇਟ ਜਿਹੜੀ ਹੈਗੀ ਆ, ਉਹ ਅੱਜ ਵੀ ਮਹਿਸੂਸ ਕਰਦੀ ਆ। ਕਿਸੇ ਨਾ ਕਿਸੇ ਤਰੀਕੇ ਨਾਲ ਮੁੰਡਿਆਂ ਨੂੰ ਟਰੈਪ 'ਚ ਫਸਾਇਆ ਜਾਂਦਾ ਵਾ, ਜਿਹੜਾ ਹੈਗਾ ਅੱਜ ਵੀ ਜਿਹੜਾ ਹੈਗਾ ਵਾ, ਉਹ ਨਾਅਰੇ ਲੱਗਦੇ ਨੇ। 6 ਜੂਨ ਨੂੰ ਜੋ ਹੁੰਦਾ ਵਾ ਅਕਾਲ ਤਖਤ ਸਾਹਿਬ 'ਤੇ, ਉਹ ਜੋ ਸਤਿਕਾਰ ਹੁੰਦਾ ਵਾ, ਅਤੇ ਕੋਈ ਮਾੜੀ ਜਿਹੀ ਵੀ ਪੇਨ ਸਿੱਖ ਦੇ ਅੰਦਰ ਜਾਂਦੀ ਆ, ਦੇਵੇ ਕੋਈ, ਮਤਲਬ ਹੁਣ ਕਿਸਾਨਾਂ ਦਾ ਮੋਰਚਾ ਲੱਗਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਆ, ਹੁੰਦੀ ਪਈ ਆ, ਲਗਾਤਾਰ ਹੁੰਦੀ ਪਈ ਆ ਮਹਾਰਾਜ ਦੀ, ਅਤੇ ਜਾਂ ਹੋਰ ਕੋਈ ਮੁੱਦਾ ਆ ਜਾਂਦਾ, ਉਹ ਸੁੱਤੇ ਹੀ ਸਿੱਧ ਸਪੌਂਟੇਨੀਅਸਲੀ ਸਿੱਖਾਂ ਦੇ ਅੰਦਰੋਂ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਨਿਕਲਦਾ। ਉਹ ਉਹਨਾਂ ਦੇ ਜਜ਼ਬੇ ਨੂੰ ਅਤੇ ਉਹਨਾਂ ਦਾ ਜਿਹੜਾ ਹੈਗਾ ਇੱਕ ਕਲੈਰਿਟੀ ਨੂੰ ਪੇਸ਼ ਕਰਦਾ ਪਿਆ, ਅਤੇ ਸਟੇਟ ਉਸ ਗੱਲ ਨੂੰ ਸਮਝਦੀ ਆ, ਅਤੇ ਉਹਨੂੰ ਕ੍ਰਸ਼, ਉਹ ਚਾਹੁੰਦੀ ਹੈ ਕਿ ਇਹ ਆਈਡੀਆ ਵੀ ਕ੍ਰਸ਼ ਕੀਤਾ ਜਾਵੇ। ਜਿਹੜੀ ਉਸ ਸਮੇਂ ਲੌਬੀ ਭਾਰਤ ਨੂੰ ਚਲਾ ਰਹੀ ਸੀ, ਕਾਂਗਰਸ, ਆਰਿਆ ਸਮਾਜ, ਉਹਨੇ ਕਿਤੇ ਨਾ ਕਿਤੇ ਦੇਸ਼ ਦੀ ਕਹਿ ਲਓ ਇੰਟੈਗਰਿਟੀ, ਜਿਹੜੀ ਏਕਤਾ, ਅਖੰਡਤਾ, ਜਾਂ ਸੈਕੂਲਰਿਜ਼ਮ ਦੇ ਨਾਮ ਦੇ ਹੇਠ ਸਿੱਖ ਸੰਘਰਸ਼ ਨੂੰ ਕੁਚਲਿਆ, ਕਿਉਂਕਿ ਉਹਨਾਂ ਨੇ ਇਸ ਨੂੰ ਇੱਕ ਫੰਡਾਮੈਂਟਲ ਲੋਕਾਂ ਦਾ ਸੰਘਰਸ਼ ਕਹਿ ਕੇ ਪੋਰਟਰੇ ਕੀਤਾ, ਅਤੇ ਕਾਫੀ ਹੱਦ ਤੱਕ ਉਹ ਨੈਰੇਟਿਵ ਸਿਰਜਣ 'ਚ, ਕਿਉਂਕਿ ਅਸੀਂ ਜਦੋਂ ਅੰਤਰਰਾਸ਼ਟਰੀ ਪੱਧਰ ਦੀ ਕਵਰੇਜ ਦੇਖਦੇ ਹਾਂ ਤਾਂ ਉਹ ਵੀ ਇਵੇਂ ਹੀ ਪੋਰਟਰੇ ਕਰਦੇ ਆ। 40 ਸਾਲ ਦਾ ਸਮਾਂ ਪੈਣ ਤੋਂ ਬਾਅਦ ਅੱਜ ਹਿੰਦੁਸਤਾਨ ਉਹ ਨਕਾਬ ਉਤਾਰ ਕੇ ਸਿੱਧਾ ਹਿੰਦੂ ਰਾਸ਼ਟਰ ਦੇ ਵੱਲ ਵੱਧ ਰਿਹਾ, ਜਿਹਦੀ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਪਛਾਣ ਹੋ ਚੁੱਕੀ ਲਗਭਗ। ਸਾਰੇ ਚੰਗੇ ਜਿਹੜੇ ਖਬਰੀ ਅਦਾਰੇ ਆ, ਉਹ ਇਸ ਚੀਜ਼ ਵੱਲ ਧਿਆਨ ਦੇ ਰਹੇ ਆ।
ਉਹਦੇ ਵਿੱਚ ਹੁਣ ਸਿੱਖਾਂ ਦਾ ਕੇਸ ਜਿਹੜਾ ਵਰਲਡ ਦੇ ਸਾਹਮਣੇ ਆਇਆ ਬਦਲਦੇ ਹਾਲਾਤਾਂ 'ਚ ਕਿਵੇਂ ਨਿਖਰ ਕੇ ਸਾਹਮਣੇ ਆਉਂਦਾ ਹੈ, ਜਾਂ ਕੀ ਕਿਸ ਪੋਜੀਸ਼ਨ 'ਚ ਦੇਖਦੇ ਹੋ ਸਿੱਖਾਂ ਦੀ ਜਿਹੜੀ ਐਸਪੀਰੇਸ਼ਨ ਆ, ਪੋਲੀਟੀਕਲ ਐਸਪੀਰੇਸ਼ਨ ਆ? ਦੇਖੋ, ਜਿਹੜੀ ਪੋਲੀਟੀਕਲ ਐਸਪੀਰੇਸ਼ਨ ਆ, ਮਤਲਬ ਇੱਕ ਨਾ ਓਵਰਲੈਪਿੰਗ ਆ ਸਿੱਖ ਮਾਈਂਡ ਦੇ ਅੰਦਰ ਹਲੇ ਵੀ। ਭਾਰਤ ਪ੍ਰਸਤੀ ਵੀ ਤੇ ਸਿੱਖ ਜਾਂ ਪੰਥ ਪ੍ਰਸਤੀ ਕਹਿ ਲਓ, ਉਹਨੂੰ ਕੌਮ ਪ੍ਰਸਤੀ ਕਹਿ ਲਓ, ਕੋਈ ਫਰਕ ਨਹੀਂ ਹੈਗਾ। ਤੇ ਉਹ ਦੋਨੇ ਚੀਜ਼ਾਂ ਓਵਰਲੈਪ ਕਰਦੀਆਂ। ਉਹ ਕਿਤੇ ਪੰਥ ਪ੍ਰਸਤ ਹੋ ਜਾਂਦਾ, ਕਿਤੇ ਭਾਰਤ ਪ੍ਰਸਤ ਹੋ ਜਾਂਦਾ ਜਿਹੜਾ ਹੈਗਾ। ਸੋ ਉਸ ਪੂਰੀ ਗੱਲ ਨੂੰ ਪਹਿਲਾਂ ਤਾਂ ਸਾਨੂੰ ਪੰਥ ਪ੍ਰਸਤੀ ਵੱਲ ਤੋਰਨਾ ਪੈਣਾ। ਇਹ ਜਿਹੜੀ ਓਵਰਲੈਪਿੰਗ ਆ ਉਹ ਖਤਮ ਕਰਨੀ ਪਊਗੀ। ਤੇ ਇਹ ਮਤਲਬ ਨਾ ਜਿੱਦਾਂ ਹੁੰਦਾ ਵੀ ਤੁਸੀਂ ਆਜ਼ਾਦੀ ਵੀ ਚਾਹੁੰਦੇ ਹੋ, ਪਰ ਮੁੜ ਕੇ ਫਿਰ ਤੁਹਾਡੇ ਪੈਰ ਪਿੱਛੇ ਵੱਲ ਨੂੰ ਆ ਜਾਂਦੇ ਨੇ। ਇੱਦਾਂ ਦਾ ਇੱਕ ਵਰਤਾਰਾ ਹੁੰਦਾ ਸਾਡੇ ਅੰਦਰ, ਯਾਨੀ ਕਿ ਇੱਕ ਪੈਰ ਸਰਕਲ ਦੇ ਅੰਦਰ, ਇੱਕ ਪੈਰ ਸਰਕਲ ਦੇ ਬਾਹਰ ਜਿਹੜਾ ਹੈਗਾ, ਫਿਰ ਪੈਰ ਮੁੜ ਕੇ ਪਿੱਛੇ। ਇੱਕ ਇੱਦਾਂ ਦਾ ਇੱਕ ਵਰਤਾਰਾ ਵਾ, ਜੇ ਇਹਨੂੰ ਸਿਖਾਲਾ ਜਿਹਾ ਆਪਾਂ ਸਮਝਣਾ ਹੋਵੇ। ਇਹ ਸਾਨੂੰ ਖਤਮ ਕਰਨਾ ਪੈਣਾ। ਜਿਹੜਾ ਇਹ ਓਵਰਲੈਪਿੰਗ ਆ ਨਾ ਜਿਹੜੀ ਹੈਗੀ ਆ, ਇਹ ਬੌਧਿਕ ਰੂਪ ਦੇ ਵਿੱਚ ਹੀ ਖਤਮ ਹੋ ਸਕਦੀ। ਸਿਧਾਂਤਕ ਰੂਪ ਵਿੱਚ ਸੰਘਰਸ਼ ਕਰਕੇ, ਇੰਟਲੈਕਚੁਅਲ ਰੂਪ ਦੇ ਵਿੱਚ ਹੀ ਇਹਨੂੰ ਖਤਮ ਕੀਤਾ ਜਾ ਸਕਦਾ। ਜਦ ਤੱਕ ਇਹ ਓਵਰਲੈਪਿੰਗ ਹੋਈ ਜਾਣੀ ਆ, ਅਸੀਂ ਨਾਰਾ ਵੀ ਲਾਈ ਜਾਣਾ ਤੇ ਵਾਪਸ ਵੀ ਆਈ ਜਾਣਾ। ਇਹ ਦੋਨੇ ਕੰਮ ਹੋਈ ਜਾਣੇ ਆ। ਮਤਲਬ ਸਮਝ ਲਓ ਵੀ ਹੁਣ ਚੀਨ ਨਾਲ ਜੰਗ ਲੱਗ ਜਾਵੇ, ਤੇ ਮਤਲਬ ਇੱਕ ਐਗਜ਼ਾਮਪਲ ਦੇ ਤੌਰ 'ਤੇ ਕਹਿ ਰਿਹਾ ਮੈਂ, ਤੇ ਇੰਡੀਆ ਦੀ, ਤਾਂ ਮਤਲਬ ਜਿਹੜੇ ਸਿੱਖ ਨੇ ਉਹਨਾਂ ਦੇ ਅੰਦਰ ਭਾਰਤ ਪ੍ਰਸਤੀ ਜਾਂ ਇੰਡੀਅਨ ਨੈਸ਼ਨਲਿਜ਼ਮ, ਇੰਡੀਅਨ ਕੌਮ ਪ੍ਰਸਤੀ ਜਿਹੜੀ ਹੈਗੀ ਉਹ ਸਿਖਰ 'ਤੇ ਹੋਊਗੀ। ਉਹੀ ਬੰਦੇ ਜਿਹੜੇ ਖਾਲਿਸਤਾਨ ਦੇ ਨਾਅਰੇ ਮਾਰਦੇ ਹੋਊਗੇ ਉਹ ਉੱਧਰ ਝੁਕ ਜਾਣਗੇ। ਸਾਰੇ ਨਹੀਂ ਮੈਂ ਕਹਿ ਰਿਹਾ, ਪਰ ਵੱਡੇ ਪੱਧਰ 'ਤੇ ਉੱਧਰ ਝੁਕ ਜਾਣਗੇ। ਉਹ ਇੰਡੀਆ ਨੂੰ ਕਹਿਣਗੇ ਕਿ ਮਤਲਬ ਅਸੀਂ ਤਿਆਰ ਹਾਂ ਚਾਈਨਾ ਨਾਲ ਲੜਨ ਲਈ ਜਿਹੜਾ ਹੈਗਾ। ਸੋ ਇਹ ਇੱਕ ਜਿਹੜਾ ਧੁੰਦਲਕਾ ਜਿਹੜਾ ਫੈਲਿਆ ਹੋਇਆ, ਇਹਨੂੰ ਮਿਟਾਉਣਾ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਆ। ਅਤੇ ਇਹਦੇ ਨਾਲ ਹੀ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਵਾਂ ਕਿ ਇੱਕ ਗੱਲ ਸਿੱਖਾਂ ਨੂੰ ਦੀ ਜਿਹੜੀ ਸਪਸ਼ਟ ਹੋ ਜਾਣੀ ਚਾਹੀਦੀ ਆ, ਜਿਹੜੀ ਹਲੇ ਉਸ ਕਦਰ ਸਪਸ਼ਟ ਨਹੀਂ ਹੈਗੀ। ਸਿੱਖ ਜਿਹੜਾ ਸੰਘਰਸ਼ ਆ ਉਹ ਠੀਕ ਆ, ਮਤਲਬ ਪਿਛਲੇ ਸਮੇਂ ਨਾਲੋਂ ਅੱਗੇ ਗਿਆ, ਪਰ ਨੇਸ਼ਨ ਸਿੱਖ ਜਿਹੜੇ ਹੈਗੇ ਨੇ, ਜਿਹੜੇ ਬਾਹਰ ਵੀ ਬੈਠੇ ਨੇ, ਉਹ ਕਈ ਵੇਲੇ ਮਤਲਬ ਉਹਨਾਂ ਨੂੰ ਲੱਗਦਾ ਕਿ ਜਿਹੜਾ ਹੈਗਾ ਨੇਸ਼ਨ ਸਟੇਟ ਸ਼ਾਇਦ ਵੇਲਾ ਵਿਹਾ ਚੁੱਕੀ ਆ, ਅਤੇ ਯੂਰਪੀਅਨ ਯੂਨੀਅਨ ਵਰਗੀ ਕੋਈ ਸਟੇਟ ਦਾ ਮਾਡਲ ਜਿਹੜਾ ਹੈਗਾ ਉਹ ਆਪਾਂ ਸੋਚ ਸਕਦੇ ਹਾਂ ਜਿਹੜਾ ਹੈਗਾ। ਪਰ ਮੈਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਨੇਸ਼ਨ ਸਟੇਟ ਜਿਹੜੀ ਹੈਗੀ ਆ ਉਹ ਬਕਾਇਦਾ ਕਾਇਮ, ਉਹਦੀ ਜਗ੍ਹਾ ਜਿਹੜੀ ਗੱਲ ਕੀਤੀ ਜਾਂਦੀ ਆ ਵੀ ਹੁਣ ਅੰਪਾਇਰ ਵੱਲ ਨੂੰ ਗੱਲ ਜਾਊਗੀ। ਅੰਪਾਇਰ ਅਸਲ 'ਚ ਆਪਣਾ ਸਮਾਂ ਲੰਘਾ ਚੁੱਕਾ ਵਾ। ਹੋਇਆ ਕੀ ਵੀ ਜਦੋਂ ਬਸਤੀਵਾਦੀ ਪੀਰੀਅਡ ਸੀਗਾ ਜਾਂ ਉੱਦਾਂ ਵੀ, ਉਸ ਵੇਲੇ ਜਦੋਂ ਯੂਰਪੀਅਨ ਤਾਕਤਾਂ ਉਹਨਾਂ ਬਸਤੀਆਂ 'ਚੋਂ ਗਈਆਂ, ਤਾਂ ਇਹ ਸਮਝ ਲਿਆ ਗਿਆ ਕਿ ਆਜ਼ਾਦੀ ਦਾ ਜਿਹੜਾ ਇੱਕ ਪੂਰਾ ਕੰਮ ਸੀ, ਉਹ ਪ੍ਰੋਸੈਸ ਸੀ, ਉਹ ਪੂਰਾ ਹੋ ਗਿਆ ਅਤੇ ਇੱਕ ਕੌਮ ਆਜ਼ਾਦ ਹੋ ਗਈ। ਹੁਣ ਸਭ ਤੋਂ ਪਹਿਲਾਂ ਆਪਾਂ ਐਗਜ਼ਾਮਪਲ ਇੰਡੀਆ ਦੀ ਲੈਂਦੇ ਹਾਂ। ਇੰਡੀਆ ਨੇ ਆਪਣੇ ਆਪ ਨੂੰ, ਜਿਹੜੇ ਪਹਿਲੇ ਹਕੂਮਤ ਆ ਕਾਂਗਰਸ ਦੇ, ਜਦੋਂ ਕਾਂਗਰਸ ਬਣੀ ਆ, ਜੇ ਤੁਸੀਂ ਉਹ ਦੇਖੋ ਤਾਂ ਉਸ ਵੇਲੇ ਹੀ ਉਹਨਾਂ ਨੇ ਕਿਹਾ ਕਿ ਭਾਰਤ ਇੱਕ ਨੇਸ਼ਨ ਆ, ਭਾਰਤ ਇੱਕ ਕੌਮ ਆ। ਅਤੇ ਉਹੀ ਚੀਜ਼, ਉਹੀ ਨੈਰੇਟਿਵ ਬਰਤਾਂਤ ਲਗਾਤਾਰ ਤੁਰਿਆ, ਅਤੇ ਇਹ ਸਮਝ ਬਣੀ ਕਿ ਇੰਡੀਆ ਇੱਕ ਨੇਸ਼ਨ ਆ। ਅਤੇ ਇਹ ਜਿਹੜੇ ਤਾਂ ਸੈਕੂਲਰ ਨੈਸ਼ਨਲਿਜ਼ਮ ਵਾਲੇ ਆ, ਉਹ ਤਾਂ ਕਹਿੰਦੇ ਆ ਕਿ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਲੜਾਈ ਹੋਈ, ਉਹਦੇ ਵਿੱਚੋਂ ਇੱਕ ਨੇਸ਼ਨ ਦੀ ਭਾਵਨਾ ਬਿਲਡ ਹੋਈ ਸਾਡੇ ਅੰਦਰ, ਜਿਹੜੀ ਕਿ ਬਿਲਡਿੰਗ ਹਲੇ ਚੱਲ ਰਹੀ ਆ। ਜਿਹੜੇ ਹਿੰਦੂ ਨੈਸ਼ਨਲਿਸਟ ਆ ਉਹ ਕਹਿੰਦੇ ਆ ਕਿ ਇਹ ਤਾਂ ਆਲਰੇਡੀ ਮੌਜੂਦ ਸੀਗੀ, ਇਹ ਕੋਈ ਯੂਰਪ ਨਹੀਂ ਲੈ ਕੇ ਆਇਆ ਇੱਥੇ, ਇਹ ਆਲਰੇਡੀ ਮੌਜੂਦ ਸੀਗੀ।
ਤੇ ਇਹ ਬਲਕਿ ਯੂਰਪ ਵਾਲਿਆਂ ਨੇ ਆ ਕੇ ਇੱਥੇ ਸਮੱਸਿਆ ਕ੍ਰੀਏਟ ਕੀਤੀ। ਜਿਹੜੇ ਇੱਥੇ ਰਹਿਣ ਵਾਲੇ ਸੀਗੇ ਉਹਨਾਂ ਦੇ ਮਨ ਵਿੱਚ ਇਹ ਗੱਲ ਪਾਈ ਕਿ ਤੁਸੀਂ ਵੱਖਰੀ ਕੌਮ ਆ। ਸਿੱਖਾਂ ਬਾਰੇ ਇੱਦਾਂ ਹੀ ਕਿਹਾ ਜਾਂਦਾ ਕਿ ਜੀ ਇਹ ਤਾਂ ਫੁੱਟ ਰਾਜ ਕਰੋ ਤੇ ਫੁੱਟ ਪਾਓ ਦੀ ਨੀਤੀ ਲੈ ਕੇ ਆਏ। ਸਿੱਖਾਂ ਦੇ ਮਨ ਦੇ ਅੰਦਰ ਭਰ ਦਿੱਤਾ ਉਹਨਾਂ ਨੇ ਕਿ ਸਿੱਖ ਇੱਕ ਵੱਖਰੀ ਕੌਮ ਆ, ਤੇ ਇਹ ਤਾਂ ਉਹਨਾਂ ਦੇ ਪੁਆੜੇ ਪਾਏ ਹੋਏ ਆ। ਸੋ ਅਸਲ ਗੱਲ ਇਹ ਆ ਕਿ ਇੰਡੀਆ ਜਿਹੜਾ ਹੈਗਾ ਵਾ, ਉਹ ਜਿਹੜੀ ਨੇਸ਼ਨ ਬਿਲਡਿੰਗ ਜਿਹਨੂੰ ਕਹਿ ਰਹੇ ਹੋ, ਨੇਸ਼ਨ ਬਿਲਡਿੰਗ ਦਾ ਮਤਲਬ ਆ ਕਿ ਸਟੇਟ ਦੇ ਅੰਦਰ ਜਿਹੜੀਆਂ ਵੀ ਕੌਮਾਂ ਰਹਿੰਦੀਆਂ ਨੇ, ਜਿੰਨੇ ਵੀ ਕਲਚਰ ਬੋਲੀਆਂ ਐਗਜ਼ਿਸਟ ਕਰਦੀਆਂ ਨੇ, ਬੰਦੇ ਐਗਜ਼ਿਸਟ ਕਰਦੇ ਨੇ, ਉਹ ਸਾਰੇ ਹੋਮੋਜੀਨੀਅਸ ਕਰ ਦਿਓ। ਤੇ ਗੱਲ ਇਹ ਕਿ ਜਿੰਨਾ ਜ਼ੋਰ ਇਹ ਹੋਮੋਜੀਨੀਅਸ ਕਰਨ 'ਤੇ ਲਾਉਣਗੇ ਉਨੀ ਛੇਤੀ ਹੀ ਖੰਡਾ ਆਊਗਾ, ਉਨੀ ਹੀ ਚੁਣੌਤੀ ਦੂਜੇ ਪਾਸਿਓਂ ਮਿਲੂਗੀ ਇਹਨਾਂ ਨੂੰ। ਤੇ ਇਹੀ ਕਾਰਨ ਆ ਕਿ ਤੁਸੀਂ ਦੇਖੋ ਕਿ ਹੁਣ ਮੁਸਲਮਾਨਾਂ ਪ੍ਰਤੀ ਇਹਨਾਂ ਦਾ ਇੱਕ ਖਾਸ ਰਵੱਈਆ ਵਾ, ਤੇ ਉੱਧਰੋਂ ਇੱਕ ਚੁਣੌਤੀ ਉਹਨਾਂ ਨੂੰ ਹਾਲੇ ਤਾਂ ਜਿੱਦਾਂ ਲੱਗੇ ਹੋਏ ਆ, ਵੱਡੀਆਂ ਚੁਣੌਤੀਆਂ ਵੀ ਆਉਣਗੀਆਂ, ਪਰ ਮੁਸਲਮਾਨਾਂ ਦੇ ਅੰਦਰ ਜਿਹੜਾ ਰੋਹ ਉੱਠ ਰਿਹਾ ਵਾ ਉਹ ਹਲੇ ਇਹ ਇਮੈਜਨ ਨਹੀਂ ਕਰ ਰਹੇ। ਇਹਨਾਂ ਜਦ ਕਰ ਰਹੇ ਹੋਣਗੇ ਇਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਕ੍ਰਸ਼ ਕਰ ਲਵਾਂਗੇ। ਤੇ ਇੰਡੀਆ ਇੱਕ ਫੇਕ ਨੇਸ਼ਨ ਸਟੇਟ ਆ। ਨੇਸ਼ਨ ਸਟੇਟ ਖੁਰ ਨਹੀਂ ਰਹੀ, ਬਲਕਿ ਹੋਰ ਜਿਹੜੀਆਂ ਨੇਸ਼ਨ ਸਟੇਟ ਆ ਉਹ ਬਣਨ ਲਈ ਰਾਹ ਪੱਧਰਾ ਹੋ ਰਿਹਾ ਵਾ। ਦੂਜੀ ਗੱਲ ਜਿਹੜੀ ਹੈ ਜਿਵੇਂ ਕਸ਼ਮੀਰ, ਪੰਜਾਬ, ਨਾਗਾਲੈਂਡ, ਅੱਜ ਚਾਹੇ ਹਾਲਤ ਜੋ ਮਰਜ਼ੀ ਆ, ਮਣੀਪੁਰ, ਤਾਮਿਲ ਨੇ, ਤੇ ਇਹਦੇ ਨਾਲ ਹੀ ਅਸਾਮ ਵਾਲੇ ਨੇ, ਬੋਡੋਜ਼ ਨੇ, ਤੇ ਇਹਦੇ ਨਾਲ ਹੀ ਇੱਕ ਗੱਲ, ਹੁਣ ਤੁਸੀਂ ਯੂਗੋਸਲਾਵੀਆ ਉਹ ਕਿੰਨੇ ਹਿੱਸਿਆਂ 'ਚ ਟੁੱਟ ਗਿਆ। ਕੁਰਦ ਨੇ ਉਹ ਆਪਣੀ ਨੇਸ਼ਨ ਸਟੇਟ ਲਈ ਲੜ ਰਹੇ ਨੇ। ਪੈਲਸਟਾਈਨ ਦੇ ਵਿੱਚ ਨੇਸ਼ਨ ਸਟੇਟ ਲਈ ਲੜਾਈ ਹੋ ਰਹੀ ਹੈ ਆਪਣੀ। ਸੋ ਤਾਮਿਲ ਜਿਹੜੇ ਮਤਲਬ ਉੱਧਰ ਨੇ, ਦੂਜੇ ਸ਼੍ਰੀਲੰਕਾ 'ਚ, ਉਹ ਆਈਡੀਆ ਨਹੀਂ ਨਾ ਮਰਿਆ ਹੈਗਾ, ਜਿਹੜਾ ਹੈਗਾ ਕੌਮ ਜੀ ਦੀ ਆਈਡੀਆ ਜਿਉਂਦਾ। ਤੇ ਇਸ ਕਰਕੇ ਨੇਸ਼ਨ ਸਟੇਟ ਦਾ ਥਾਟ ਕੋਈ ਨਹੀਂ ਮਰਿਆ, ਕੋਈ ਖੁਰ ਨਹੀਂ ਰਹੀ, ਬਲਕਿ ਨੇਸ਼ਨ ਸਟੇਟ ਜਿਹੜੀ ਹੈਗੀ ਆ ਉਹ ਹੋਰ ਨੇਸ਼ਨ ਸਟੇਟ ਧਰਤੀ 'ਤੇ ਜਿਹੜੀਆਂ ਹੈਗੀਆਂ ਉਹ ਉਤਰਨਗੀਆਂ। ਤੁਸੀਂ ਗੱਲ ਕੀਤੀ ਕਿ ਸਿੱਖਾਂ ਦੇ ਮਨਾਂ ਅੰਦਰ ਅਜੇ ਓਵਰਲੈਪਿੰਗ ਹੈ। ਇੱਕ ਸੈਕਸ਼ਨ ਤਾਂ ਉਹ ਆ ਜਿਹੜਾ ਸਿੱਖਾਂ ਨੂੰ ਹੱਕ ਵੀ ਚਾਹੁੰਦਾ ਮਿਲੇ, ਸਿੱਖ ਇੱਜ਼ਤ ਮਾਣ ਨਾਲ ਰਹਿਣ, ਪਰ ਭਾਰਤੀ ਨਿਜ਼ਾਮ ਨਾਲ ਸਹਿਮਤ ਵੀ ਆ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਸੈਕਸ਼ਨ ਹੌਲੀ ਹੌਲੀ ਬੀਜੇਪੀ ਵੱਲ ਵੀ ਆ ਰਿਹਾ। ਹਾਂਜੀ। ਇੱਕ ਸੈਕਸ਼ਨ ਉਹ ਆ ਜਿਹੜਾ ਕਿ ਭਾਰਤੀ ਸਥਾਪਤੀ ਦੇ ਨਾਲ ਬਿਲਕੁਲ ਸਹਿਮਤ ਨਹੀਂ, ਪਰ ਉਹ ਇਸ ਖਿੱਤੇ 'ਚ ਵੱਸਦੇ ਲੋਕਾਂ ਦੇ ਭਲੇ ਦੀ ਵੀ ਗੱਲ ਕਰਦਾ। ਪਰ ਜਦੋਂ ਅਸੀਂ ਇਸ ਖਿੱਤੇ 'ਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤਾਂ ਉਹ ਸਿਰਫ ਇਸ ਖਿੱਤੇ 'ਚ ਵੱਸਦੇ ਲੋਕ ਹੀ ਕਿਉਂ, ਸਾਰੀ ਦੁਨੀਆ ਦੇ ਕਿਉਂ ਨੇ। ਵੀ ਇਹ ਜਿਹੜਾ ਭੰਬਲ ਭੂਸਾ ਸਿੱਖਾਂ ਦੇ ਵਿੱਚ ਹੈ, ਵੀ ਆਪ ਦੀ ਲੜਾਈ ਦੇ ਨਾਲ ਵੀ ਅਸੀਂ ਇਸ ਖਿੱਤੇ 'ਚ ਵੱਸਦੇ ਲੋਕਾਂ ਦੀ ਲੜਾਈ ਵੀ, ਮਤਲਬ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜੀ ਮਨੁੱਖਤਾ ਦਾ ਘਾਣ ਸਿਰਫ ਭਾਰਤੀ ਉਪ ਮਹਾਦੀਪ 'ਚ ਨਹੀਂ ਹੋ ਰਿਹਾ, ਉਹ ਤੁਸੀਂ ਗਲੋਬ ਦੇ ਉੱਪਰ ਜਿੱਥੇ ਮਰਜ਼ੀ ਉਂਗਲ ਰੱਖ ਲਓ ਉੱਥੇ ਮਨੁੱਖਤਾ ਦਾ ਘਾਣ ਹੋ ਰਿਹਾ। ਤਾਂ ਸਿੱਖ ਕੀ ਇੰਨੀ ਸਮਰੱਥਾ ਰੱਖਦੇ ਨੇ ਕਿ ਇੱਕੋ ਸਮੇਂ ਇਹਨਾਂ ਸਾਰਾ ਕੁਝ ਨਾਲ ਲੈ ਕੇ ਚੱਲਣਗੇ, ਜਾਂ ਇੱਕ ਵਾਰ ਉਹ ਆਪ ਦੇ ਵਾਸਤੇ ਵੀ ਲੜ ਕੇ ਦੇਖਣ? ਨਹੀਂ ਦੇਖੋ, ਜੇ ਤੁਹਾਡੀ ਆਇਡੈਂਟੀਟੀ ਕਾਇਮ ਨਹੀਂ ਹੈਗੀ, ਸਾਡੀ ਤਾਂ ਆਇਡੈਂਟੀਟੀ ਦੇ ਬਹੁਤ ਵੱਡਾ ਵਾਰ ਆ, ਪਛਾਣ 'ਤੇ, ਸਾਡੀ ਸ਼ਨਾਖਤ 'ਤੇ। ਅਤੇ ਜੇ ਤੁਹਾਡੀ ਆਪਣੀ ਪਛਾਣ ਹੀ ਉਹਦਾ ਸਰਵਾਈਵਲ ਨਹੀਂ ਹੈਗਾ, ਸਾਡੇ ਗੁਰਦੁਆਰੇ ਖਤਮ ਕੀਤੇ ਜਾ ਰਹੇ ਆ ਸ਼ਰੇਆਮ, ਜਿਹੜੇ ਹੈਗੇ ਆ ਇਤਿਹਾਸਕ ਗੁਰਦੁਆਰੇ, ਉਹ ਵੀ ਉਹਨਾਂ ਦੀ ਹਸਤੀ ਮਿਟਾਈ ਜਾ ਰਹੀ ਆ, ਅਤੇ ਜਿਹੜਾ ਹੈਗਾ ਸਾਡੀ ਸਿਧਾਂਤਕ ਹਸਤੀ ਮਿਟਾਈ ਜਾ ਰਹੀ ਆ ਜਿਹੜੀ ਹੈਗੀ ਆ। ਅਤੇ ਉਸ ਦੇ ਨਾਲ ਹੀ ਜੇ ਤੁਸੀਂ ਕਿਸੇ ਟੈਰੀਟਰੀ 'ਤੇ ਆਪਣੀ ਸੋਵਰੈਨਿਟੀ ਨਹੀਂ ਕਾਇਮ ਕਰੋਗੇ, ਫਿਰ ਦੂਜਿਆਂ ਪ੍ਰਤੀ ਤੁਸੀਂ ਕਿੱਦਾਂ ਲੜ ਲਓਗੇ? ਅਤੇ ਜੇ ਤੁਸੀਂ ਸੋਵਰੈਨਿਟੀ ਕਾਇਮ ਕਰਨੀ ਆ ਤਾਂ ਉਹ ਇੱਕ ਟੈਰੀਟਰੀ ਇਲਾਕਾ ਜਿਹੜਾ ਹੈਗਾ ਉਹਨੂੰ ਤੁਸੀਂ ਡਿਫਾਈਨ ਕਰਨਾ ਪਊਗਾ ਨਾ। ਬਿਨਾਂ ਪਰਿਭਾਸ਼ਿਤ ਕੀਤੇ ਤੋਂ ਬਿਨਾਂ ਤਾਂ ਤੁਸੀਂ ਨਹੀਂ ਜਾ ਸਕਦੇ ਵਰਲਡ ਦੇ ਅੰਦਰ। ਸੋ ਉਹ ਖਿੱਤਾ ਕਿਹੜਾ ਹੋ ਸਕਦਾ? ਸਵਾਲ ਇਹ ਆ। ਉਹ ਆ ਪੰਜਾਬ ਆ, ਕਿਉਂਕਿ ਜਿਹੜਾ ਉਹ ਪੰਜਾਬ ਆ, ਚਾਹੇ ਉੱਥੇ ਸਾਡੇ ਗੁਰਦੁਆਰੇ ਵੀ ਹੈਗੇ ਨੇ, ਸਾਡਾ ਵਿਰਸਾ ਵੀ ਆ, ਪਰ ਨਹੀਂ, ਅਸੀਂ ਇਸ ਇੱਧਰ ਵਾਲੇ ਪੰਜਾਬ 'ਚ ਬੈਠੇ ਹਾਂ। ਇੰਡੀਆ ਨਾਲ ਅਸੀਂ ਆਉਣਾ ਤੈਅ ਕੀਤਾ। ਇੱਥੇ
ਦਰਬਾਰ ਸਾਹਿਬ ਆ, ਇੱਥੇ ਅਕਾਲ ਤਖਤ ਸਾਹਿਬ ਆ, ਇੱਥੇ ਆਨੰਦਪੁਰ ਸਾਹਿਬ ਆ ਜਿੱਥੇ ਖਾਲਸਾ ਪੰਥ ਪ੍ਰਗਟ ਹੋਇਆ, ਇੱਥੇ ਹੀ ਚਮਕੌਰ ਦੀ ਗੜੀ ਆ, ਇੱਥੇ ਹੀ ਫਤਿਹਗੜ੍ਹ ਸਾਹਿਬ ਆ, ਇੱਥੇ ਹੀ ਜਿਹੜਾ ਹੈਗਾ ਮੁਕਤਸਰ ਸਾਹਿਬ ਆ, ਇੱਥੇ ਜਿਹੜਾ ਹੈਗਾ ਵਾ ਸਿੱਖੀ ਪ੍ਰਵਾਨ ਵੀ ਚੜ੍ਹੀ ਆ ਇਸ ਧਰਤੀ 'ਤੇ ਇਹਦੇ ਚੱਪੇ ਚੱਪੇ 'ਤੇ ਸਾਡਾ ਖੂਨ ਡੁੱਲਿਆ ਹੋਇਆ ਵਾ। ਅਤੇ ਅੱਜ ਵੀ ਜੇ ਪੰਜਾਬ ਲਈ ਕੋਈ ਲੜਦਾ ਪਿਆ ਸੱਚੀ ਮੁੱਚੀ ਪੰਜਾਬ ਦੇ ਹੱਕਾਂ ਲਈ, ਪਾਣੀਆਂ ਦਾ ਮੁੱਦਾ ਹੋਵੇ, ਬੋਲੀ ਦਾ ਹੋਵੇ, ਈਵਨ ਵੱਧ ਅਧਿਕਾਰਾਂ ਦਾ ਵੀ ਹੋਵੇ, ਜਿਹੜੇ ਕਹਿੰਦੇ ਨੇ ਵੀ ਵੱਧ ਅਧਿਕਾਰਾਂ ਦੀ ਗੱਲ, ਉਹ ਵੀ ਸਿੱਖੇ ਲੜਦੇ ਨੇ, ਕੋਈ ਦੂਜਾ ਥੋੜ੍ਹਾ ਲੜਦਾ। ਅਤੇ ਇਹ ਇਲਾਕਾ ਉਹ ਜਦ ਤੁਸੀਂ ਇਸ ਟੈਰੀਟਰੀ 'ਤੇ ਸੋਵਰੈਨਿਟੀ ਹਾਸਲ ਕਰ ਲਓਗੇ ਫਿਰ ਅੱਗੇ ਸੋਚਿਆ ਜਾ ਸਕਦਾ ਕਿ ਤੁਸੀਂ ਗਾਂਹ ਵੱਲ ਨੂੰ ਜਾਣਾ, ਦੂਜਿਆਂ ਦਾ ਕਿੱਦਾਂ ਤੁਸੀਂ ਭਲਾ ਕਰ ਸਕਦੇ ਆ, ਅੱਗੇ ਨੂੰ ਕਿੱਦਾਂ ਮਾਰਚ ਕਰ ਸਕਦੇ ਆ। ਜੇ ਤੁਸੀਂ ਸੋਚੋਗੇ ਕਿ ਤੁਸੀਂ ਸਾਰਾ ਖਿੱਤਾ ਤੁਹਾਡੇ ਮਗਰ ਲੱਗ ਜੂਗਾ, ਮਤਲਬ ਸਬ ਕੰਟੀਨੈਂਟ ਲੱਗ ਜੂਗਾ, ਤਾਂ ਇੱਕ ਭਰਮ ਆ, ਆਪਾਂ ਕੌਮ ਨੂੰ ਇੱਕ ਭਰਮ 'ਚ ਪਾ ਕੇ ਪੈਰੀ ਕੁਹਾੜਾ ਮਾਰਾਂਗੇ ਅਤੇ ਇੱਕ ਇੱਦਾਂ ਦੀ ਪੋਲੀਟਿਕਸ ਉਸਾਰ ਲਵਾਂਗੇ ਜਿਹੜੀ ਕਿ ਉਹ ਮੇਨ ਸਟਰੀਮ ਦੇ ਵਿੱਚ ਜਾ ਕੇ ਜਜ਼ਬ ਹੋ ਜੂਗੀ। ਫਿਰ ਅੱਜ ਨਹੀਂ ਲੱਗੂਗਾ ਸਾਨੂੰ, ਉਹ ਰੈਡੀਕਲ ਲੱਗਣਗੇ, ਅੱਜ ਉਹਨਾਂ ਦਾ ਰੂਪ ਸਰੂਪ ਰੈਡੀਕਲ ਲੱਗੂਗਾ, ਮੇਨ ਸਟਰੀਮ ਵਿੱਚ ਰਹਿੰਦੇ ਹੋਏ ਰੈਡੀਕਲ ਲੱਗੂਗਾ, ਪਰ ਹੌਲੀ ਹੌਲੀ ਫਿਰ ਉਹ ਮਾਰਕੇਬਾਜ਼ੀ ਬਣ ਜਾਂਦੀ ਆ। ਕਮਿਊਨਿਸਟਾਂ ਨੂੰ ਤੁਸੀਂ ਦੇਖ ਲਓ, ਜਿਹੜੇ ਇਨਕਲਾਬ ਦੀਆਂ ਗੱਲਾਂ ਕਰਦੇ ਸੀ, ਅਤੇ ਹਾਲਾਂਕਿ ਉਹ ਥੋੜ੍ਹੀ ਵੱਖਰੀ ਗੱਲ ਆ ਉਹਨਾਂ ਦੀ, ਮੈਂ ਵੈਸੇ ਹੀ ਗੱਲ ਕਰਦਾ ਕਿ ਉਹ ਮਾਰਕੇਬਾਜ਼ੀ ਤੱਕ ਆ ਗਏ ਜਿਹੜਾ ਹੈਗਾ। ਅਤੇ ਹੌਲੀ ਹੌਲੀ ਤੁਸੀਂ ਜਦ ਇਸ ਰਾਹ 'ਤੇ ਤੁਰਦੇ ਹੋ, ਪੱਥ 'ਤੇ ਤੁਰਦੇ ਹੋ, ਤਾਂ ਫਿਰ ਤੁਸੀਂ ਉਸ ਟਰੈਕ 'ਤੇ ਹੀ ਰਹਿ ਜਾਂਦੇ ਹੋ, ਤੁਸੀਂ ਜਜ਼ਬ ਹੋ ਜਾਂਦੇ ਹੋ, ਤੁਹਾਡਾ ਕੋਈ ਵੱਖਰਾ ਜਿਹੜਾ ਹੈਗਾ ਨੈਰੇਟਿਵ ਨਹੀਂ ਉਸਰਦਾ, ਅਤੇ ਸੋਵਰੈਨਿਟੀ ਲੈਣੀ ਤੇ ਛੱਡੋ, ਕਿਉਂਕਿ ਦੂਜੀ ਧਿਰ ਨੇ ਤੇ ਤੁਹਾਨੂੰ ਤੁਹਾਡੀ ਤਾਕਤ ਨੂੰ ਯੂਜ਼ ਕਰਨਾ। ਇੰਡੀਆ ਨੇ ਤੁਹਾਡੀ ਤਾਕਤ ਯੂਜ਼ ਕੀਤੀ, ਤੁਹਾਡੇ ਸੋਰਸ ਯੂਜ਼ ਕੀਤੇ, ਰਿਸੋਰਸ ਯੂਜ਼ ਕੀਤੇ, ਤੁਹਾਡੀ ਬੋਡੀ ਨੂੰ ਯੂਜ਼ ਕੀਤਾ, ਤੁਹਾਡੀ ਮਨੀ ਨੂੰ ਯੂਜ਼ ਕੀਤਾ, ਅੱਜ ਵੀ ਕਰਦੇ ਪਏ ਨੇ, ਅਤੇ ਇੱਦਾਂ ਹੀ ਦੂਜੇ ਯੂਜ਼ ਕਰ ਲੈਣਗੇ। ਅਤੇ ਜੇ ਇਹ ਠੀਕ ਹੈ ਕਿ ਆਪਾਂ ਅੱਜ ਵੀ ਦੋਹਰਾ ਪੜ੍ਹਦੇ ਹਾਂ, ਦਿੱਲੀ ਤਖਤ ਪਰ ਆਪ ਬਹੇਗੀ ਗੁਰੂ ਕੀ ਫੌਜ, ਪਰ ਉਹਦੇ ਲਈ ਛਤਰ ਝੂਲੇਂਗੇ ਸੀਸ ਪੇ ਬੜੀ ਕਰੇਗੀ ਮੌਤ, ਪਰ ਉਹਦੇ ਲਈ ਇੱਕ ਮਾਹੌਲ ਬਣਾਉਣਾ ਪਊਗਾ ਨਾ। ਤੁਸੀਂ ਕਹੋਗੇ ਵੀ ਜੀ ਰਾਜਸਥਾਨ ਵਾਲੇ ਵੀ ਤੁਹਾਡੇ ਮਗਰ ਲੱਗ ਜਾਣਗੇ, ਤੁਸੀਂ ਕਹੋਗੇ ਵੀ ਮੱਧ ਪ੍ਰਦੇਸ਼ ਵਾਲੇ ਵੀ ਤੁਹਾਡੇ ਮਗਰ ਨੇ, ਮਹਾਰਾਸ਼ਟਰ ਵਾਲੇ ਵੀ ਜਾਂ ਮਨੀਪੁਰੀਏ ਵੀ ਤੁਹਾਡੇ ਨਾਲ, ਇੱਦਾਂ ਨਹੀਂ, ਉਹਨਾਂ ਦੇ ਆਪਣੇ ਦਾਅਵੇ ਨੇ। ਤੁਸੀਂ ਇਹ ਦੇਖੋਗੇ ਕਿ ਜਦੋਂ ਇੰਡੀਅਨ ਸਟੇਟ ਜਿੱਦਾਂ ਜਿੱਦਾਂ ਅੱਗੇ ਵਧੂਗੀ, ਜਿਹੜੇ ਹਿੰਦੂਆਂ ਦੇ ਵਿੱਚ ਸਬ ਨੇਸ਼ਨਸ ਨੇ, ਨੇਸ਼ਨਸ ਦੇ ਅੰਦਰ ਵੀ ਸਬ ਨੇਸ਼ਨਸ ਹੁੰਦੀਆਂ ਨੇ, ਸਿੱਖਾਂ ਦੇ ਅੰਦਰ ਨਹੀਂ ਹੈਗੀ ਇੱਦਾਂ। ਹੁਣ ਜਿਹੜੇ ਮਹਾਰਾਸ਼ਟਰੀਅਨ ਨੇ, ਉਹ ਜਿਹੜੀ ਮਰਾਠਾ ਕੌਮ ਪ੍ਰਸਤੀ ਆ, ਉਹ ਉੱਭਰ ਜੂਗੀ ਉਹਨਾਂ ਦੇ ਅੰਦਰ। ਅੱਜ ਉਹਨਾਂ ਦੀ ਕੰਟਰਾਡਿਕਸ਼ਨ ਨਹੀਂ ਹੈਗੀ, ਕਿਉਂਕਿ ਉਹ ਸਾਡੇ ਖਿਲਾਫ, ਮੁਸਲਮਾਨਾਂ ਖਿਲਾਫ, ਸਿੱਖਾਂ ਖਿਲਾਫ ਜਿਹੜਾ ਇੱਕ ਵਿਰੋਧ ਉਸਾਰਿਆ ਜਾਂਦਾ, ਉਹਦੇ ਕਾਰਨ ਉਹ ਇਕੱਠੇ ਨੇ। ਰਾਜਸਥਾਨ ਦੇ ਜਿਹੜੇ ਰਾਜਪੂਤ ਨੇ, ਉਹ ਆਪਣਾ ਇੱਕ ਦਾਵਾ ਹਿਸਟਰੀ 'ਚ ਸਾਂਭ ਕੇ ਬੈਠੇ ਨੇ, ਉਹ ਸਾਰੀਆਂ ਗੱਲਾਂ ਬਾਹਰ ਆਉਣਗੀਆਂ। ਸੋ ਉਸ ਵੇਲੇ ਜਿਹੜਾ ਇੰਡੀਆ ਦਾ ਇਹ ਸਰੂਪ ਆ, ਐਂ ਦਾ ਰਹਿਣਾ ਵੀ ਹੈ ਨਹੀਂ। ਇਹ ਮੇਰੀ ਇੱਕ ਸਮਝ ਆ, ਮੇਰਾ ਇੱਕ ਵਿਸ਼ਲੇਸ਼ਣ ਆ ਜਿਹੜਾ ਹੈਗਾ। ਸੋ ਇਹ ਸਾਨੂੰ ਜਿਹੜਾ ਵਧਣਾ ਚਾਹੀਦਾ ਆਪਣੀ ਨੇਸ਼ਨ ਸਟੇਟ ਪੰਜਾਬ ਵੱਲ, ਜਿਹਦੇ ਖਿੱਤੇ, ਜਿਹਦੀ ਵਿਆਖਿਆ ਜਿਹੜੀ ਹੈਗੀ ਆ, ਇਲਾਕਿਆਂ ਦੀ ਵਿਆਖਿਆ ਮਾਤਾ ਅਨੰਦਪੁਰ ਦੇ ਵਿੱਚ ਸਰਦਾਰ ਕਪੂਰ ਸਿੰਘ ਕਰ ਗਏ ਨੇ। ਉੱਥੇ ਉਹ ਖਿੱਤਾ ਜਿਹੜਾ ਹੈਗਾ, ਉੱਥੇ ਨੇਸ਼ਨ ਸਟੇਟ ਆਪਣੀ ਖੜੀ ਕਰਨ ਲਈ ਜਿਹੜਾ ਹੈਗਾ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਜਿਹੜਾ ਜੂਨ 84 ਦਾ ਹਮਲਾ ਹੁੰਦਾ ਆ, ਉਹਦੇ ਵਿੱਚ ਜਿਹੜਾ ਮੇਨ ਫੋਕਸ ਉਹਨਾਂ ਦਾ ਕਿ ਸੰਤਾਂ ਦੀ ਸ਼ਖਸੀਅਤ ਆ, ਜਿਹੜੀ ਉਹਨਾਂ ਨੂੰ ਸੰਤਾਂ ਨੂੰ ਫਿਜ਼ੀਕਲੀ ਖਤਮ ਕਰਨਾ, ਵੀ ਸਭ ਤੋਂ ਪਹਿਲਾ ਸਟੈਪ ਤਾਂ ਉਹੀ ਆ। ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜੋ ਚੱਲ ਰਿਹਾ ਸੀ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਹਿ ਲਓ, ਜਾਂ ਉਹਨਾਂ ਦੀ ਸ਼ਖਸੀਅਤ ਬਾਰੇ ਏਡੇ ਵੱਡੇ ਭਰਮ ਸਿਰਜੇ ਗਏ ਕਿ ਉਹ ਤੀਬਰਤਾ ਇੰਨੀ ਸੀ ਉਸ ਪ੍ਰਚਾਰ ਦੀ ਕਿ ਸਿੱਖਾਂ ਦਾ ਵੀ ਇੱਕ ਵੱਡਾ ਸੈਕਸ਼ਨ ਆ ਉਸ ਚੀਜ਼ ਨੂੰ ਸੱਚ ਮੰਨ ਕੇ ਬੈਠਾ। ਉਹ ਚੀਜ਼ ਲਗਾਤਾਰ 4 ਦਹਾਕੇ ਗੁਜ਼ਰਨ ਤੋਂ ਬਾਅਦ ਵੀ ਜਾਰੀ ਆ, ਪਰ ਹੁਣ ਇੱਕ ਛੋਟਾ ਜਿਹਾ ਸੈਕਸ਼ਨ ਹਿੰਦੁਸਤਾਨ ਦੀ ਸੁਸਾਇਟੀ ਦੇ ਵਿੱਚ, ਜਾਂ ਤੁਸੀਂ ਦੇਖ ਲਓ ਪਿਛਲੇ ਦਿਨੀ ਕੁਛ ਨੈਸ਼ਨਲ ਲੈਵਲ ਦੇ ਚੈਨਲਾਂ ਵੱਲੋਂ ਇੱਕ ਉਸ ਕਿਸਮ ਦੀ ਰਿਪੋਰਟਿੰਗ ਜਿਹਦੇ ਵਿੱਚ ਉਹਨਾਂ ਤਿੱਖਾ ਨਹੀਂ, ਮਤਲਬ ਉਹਨਾਂ ਦੀ ਮੁਖਾਲਫਤ ਕੀਤੀ ਜਾਂਦੀ, ਜਾਂ ਸੁਬਰਾਮਨੀਅਮ ਸਵਾਮੀ ਵਰਗੇ ਕੁਛ ਲੋਕ। ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ?
ਦੇਖੋ, ਇਹ ਜਿਹੜਾ ਵਰਤਾਰਾ ਨਾ, ਸ਼ਸ਼ੀ ਥਰੂਰ ਦੀ ਕਿਤਾਬ ਆ ਵਾਈ ਆਈ ਐਮ ਹਿੰਦੂ। ਸ਼ਸ਼ੀ ਥਰੂਰ ਜਿਹੜਾ ਹੈਗਾ ਉਹ ਕਾਂਗਰਸ ਦਾ ਲੀਡਰ ਆ ਅਤੇ ਬੜਾ ਆਪਣੇ ਆਪ ਨੂੰ ਲਿਬਰਲ ਕਹਿੰਦਾ ਅਤੇ ਮੰਨਿਆ ਵੀ ਜਾਂਦਾ ਸੁਸਾਇਟੀ 'ਚ, ਲਿਬਰਲ ਹਿੰਦੂ। ਉਹਦੇ ਵਿੱਚ ਉਹ ਕਹਿੰਦਾ ਵੀ ਬੜੇ ਮਾਣ ਨਾਲ ਕਹਿੰਦਾ, ਹਿੱਕ ਠੋਕ ਕੇ ਕਹਿੰਦਾ ਵੀ ਜਿੱਦਾਂ ਜਿਹੜੇ ਇਹ ਆਰੀਅਨਸ ਨੇ ਜਾਂ ਅਸੀਂ ਹਿੰਦੂ ਹਾਂ ਜਿਹੜੇ ਹੈਗੇ, ਜਿੱਦਾਂ ਜਿੱਦਾਂ ਅਸੀਂ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਅੱਗੇ ਵਧੇ, ਵੱਖ-ਵੱਖ ਕਲਚਰ ਆਏ, ਟਰਾਈਬਲਸ ਆਏ, ਕਬੀਲੇ ਜਿਹੜੇ ਆ, ਅਤੇ ਅਸੀਂ ਉਹਨਾਂ ਦੇ ਜਿਹੜੇ ਦੇਵੀ ਦੇਵਤੇ ਸੀ ਉਹ ਆਪਣੇ ਰਿਲੀਜਨ ਦੇ ਵਿੱਚ ਮਿਲਾਉਂਦੇ ਗਏ, ਉਹਨਾਂ ਦੇ ਨਾਇਕਾਂ ਨੂੰ ਵੀ। ਅੱਜ ਉਹ ਸਾਡਾ ਪਾਰਟ ਆ, ਉਹ ਇੰਡੀਪੈਂਡੈਂਟ ਵੀ ਨੇ ਪਰ ਸਾਡਾ ਵੀ ਪਾਰਟ ਨੇ। ਹੁਣ ਇਸ ਮਿਸਾਲ ਦੇ ਜ਼ਰੀਏ ਅਸੀਂ ਗੱਲ ਨੂੰ ਸਮਝ ਸਕਦੇ ਹਾਂ, ਜ਼ਿਆਦਾ ਵਧੀਆ ਸਮਝ ਸਕਦੇ ਹਾਂ। ਹੁਣ ਇੱਕ ਤਾਂ ਉਹ ਕਹਿੰਦੇ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਸਾਰੇ ਪਾਤਸ਼ਾਹ ਜਿਹੜੇ ਆਪਣੇ ਨੇ ਉਹ ਬੇਸਿਕਲੀ ਹਿੰਦੂ ਹੀ ਸੀਗੇ, ਹਿੰਦੂ ਧਰਮ ਦੇ ਵਿੱਚ ਸੁਧਾਰ ਕਰਨ ਲਈ ਉਹ ਧਰਤੀ 'ਤੇ ਪ੍ਰਗਟ ਹੋਏ ਸੀ। ਤਾਂ ਜਦੋਂ ਉਹਨਾਂ ਨੇ ਮਤਲਬ ਸਾਡੇ ਪਾਤਸ਼ਾਹ ਨੂੰ ਹੀ ਹਿੰਦੂ ਕਹਿ ਤਾ, ਮਤਲਬ ਉਹਨਾਂ ਦੀ ਉਹਨਾਂ ਦੀ ਜਿਹੜੀ ਵੱਖਰਤਾ ਵਾ ਉਹੀ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਦਾਂ ਦਾ ਸਾਰ ਕਹਿ ਦੇਣਾ ਜਿਹੜਾ ਹੈਗਾ, ਅਤੇ ਉਹ ਇੱਕ ਜਿਹੜਾ ਹੈਗਾ ਵਾ ਆਪਣੇ ਅੰਦਰ ਜਿੱਦਾਂ ਜਿਹੜਾ ਹੈਗਾ ਨਾ, ਜਿੱਦਾਂ ਮਗਰਮੱਛ ਆਪਣੇ ਜਵਾੜਿਆਂ 'ਚ ਜਕੜ ਕੇ ਕ੍ਰਸ਼ ਕਰਦਾ ਆਇਡੈਂਟੀਟੀ ਨੂੰ, ਮਾਰਦਾ ਕਿਸੇ ਨੂੰ, ਇੱਦਾਂ ਸਾਨੂੰ ਕ੍ਰਸ਼ ਕਰਨ ਲੱਗੇ ਹੋਏ ਨੇ ਉਹ। ਅਤੇ ਸੰਤ ਜਰਨੈਲ ਸਿੰਘ, ਆਪਾਂ ਪਹਿਲਾਂ ਗੱਲ ਕਰ ਹਟੇ ਹਾਂ ਕਿ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਸਿੱਖ ਆਇਡੈਂਟੀਟੀ ਵਾਲੀ ਗੱਲ ਨੂੰ ਜਿਹੜੀ ਹੈਗੀ ਆ ਉਹ ਬਾਖੂਬੀ ਜਿਹੜਾ ਹੈਗਾ ਵਾ ਉਹ ਸਟੇਜ 'ਤੇ ਲੈ ਕੇ ਆਏ, ਮੰਚ 'ਤੇ ਲੈ ਕੇ ਆਏ। ਸਿੱਖ ਮਨਾਂ ਦੇ ਵਿੱਚ ਇਹ ਗੱਲ ਲੈ ਕੇ ਆਏ ਕਿ ਤੁਹਾਡੀ ਪਛਾਣ ਵੀ ਖਤਰੇ ਦੇ ਵਿੱਚ ਹੈਗੀ ਆ। ਉਸ ਸਮੇਂ ਦੇ ਵਿੱਚ ਹੀ ਧਾਰਾ 25(2) ਦੀ ਗੱਲ ਦੀ ਗੱਲ ਤੁਰੀ, ਉਹ ਬਾਦਲ ਵੱਲੋਂ ਸਾੜੀ ਵੀ ਗਈ, ਮਤਲਬ ਉਹ ਮਜਬੂਰੀ ਸੀ ਉਹਦੀ, ਉਹ ਵੱਖਰੀ ਗੱਲ ਆ, ਦਿਲ ਤੋਂ ਨਹੀਂ ਉਹ ਸਾੜਨ ਗਿਆ ਸੀ। ਅਤੇ ਪਰ 25(2) ਦੀ ਗੱਲ 2B ਦੀ ਗੱਲ ਵਾਰ-ਵਾਰ ਚੱਲਦੀ ਸੀ। ਸੰਤ ਜਰਨੈਲ ਸਿੰਘ ਨੂੰ ਫਿਜ਼ੀਕਲੀ ਤਾਂ ਉਹਨਾਂ ਨੇ ਖਤਮ ਕਰ ਦਿੱਤਾ, ਪਰ ਹੁਣ ਗੱਲ ਇਹ ਰਹਿ ਗਈ ਸੀ ਵੀ ਜਾਂ ਤਾਂ ਉਹਨਾਂ ਦੀ ਕਿਰਦਾਰਕੁਸ਼ੀ ਕਰਕੇ ਵੀ ਉਹ ਕਾਂਗਰਸ ਦੇ ਸੀਗੇ ਏਜੰਟ ਸੀਗੇ ਜਿਹੜੇ ਹੈਗੇ ਆ, ਅਤੇ ਅੱਤਵਾਦੀ ਸੀਗੇ, ਇੱਦਾਂ ਕਹਿ ਕੇ ਉਹਨਾਂ ਨੇ ਸਿੱਖ ਮਰਵਾ ਤੇ ਕਿੰਨੇ, ਹਿੰਦੂ ਮਰਵਾ ਤੇ ਕਿੰਨੇ, ਇੱਦਾਂ ਕਹਿ ਕੇ ਜਿਹੜਾ ਹੈਗਾ ਵਾ ਸਿੱਖਾਂ ਦੇ ਮਨਾਂ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ। ਪਰ ਉਹ ਗੱਲ ਵਾਪਰੀ ਨਹੀਂ ਹੈਗੀ, ਬਲਕਿ ਉਹ ਤੋਂ ਉਲਟਾ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਜਿਹੜੀ ਆ ਉਹ ਹੋਰ ਵੀ ਨਿਖਰ ਕੇ ਸਾਹਮਣੇ ਆਈ ਆ। ਹੁਣ ਇੱਕ ਨਵਾਂ ਜਿਹੜਾ ਪੈਂਤੜਾ ਅਖਤਿਆਰ ਕੀਤਾ ਗਿਆ, ਕਵਾਇਦ ਚੱਲ ਰਹੀ ਆ ਜਿਹੜੀ ਹੈਗੀ, ਜਿਹਦੇ ਵੱਲ ਤੁਸੀਂ ਇਸ਼ਾਰਾ ਵੀ ਕੀਤਾ ਵੀ ਨਿਊਜ਼ ਚੈਨਲ ਜਾਂ ਸੁਬਰਾਮਨੀਅਮ ਸਵਾਮੀ ਸੰਤਾਂ ਦੀ ਸਿਫਤ ਕਰ ਦਿੰਦਾ, ਜਾਂ ਕੋਈ ਹੋਰ ਇੱਕ ਸੈਕਸ਼ਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਹੁਣ ਗੱਲ ਕੀ ਹੈ ਕਿ ਜੋ ਸ਼ਸ਼ੀ ਥਰੂਰ ਕਹਿ ਰਿਹਾ ਵੀ ਨਾਇਕਾਂ ਨੂੰ ਅਸੀਂ ਆਪਣੇ 'ਚ ਰਲਾ ਲਿਆ, ਹੁਣ ਸੰਤ ਜਰਨੈਲ ਸਿੰਘ ਨੂੰ ਉਹ ਆਪਣੇ ਭਾਰਤੀ ਧਰਾਤਲ 'ਤੇ ਲਿਆਉਣਾ ਚਾਹੁੰਦੇ ਨੇ। ਭਾਰਤੀ ਧਰਾਤਲ 'ਤੇ ਲਿਆਉਣ ਦਾ ਮਤਲਬ ਇਹ ਆ ਵੀ ਸੰਤ ਜਰਨੈਲ ਸਿੰਘ ਜਿਹੜੇ ਸੀ ਉਹਨਾਂ ਨੇ ਕਦੀ ਵੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਉਹ ਕੋਈ ਐਂਟੀ ਇੰਡੀਆ ਨਹੀਂ ਸੀਗੇ, ਉਹ ਤਾਂ ਬਸ ਕੁਛ ਅਧਿਕਾਰਾਂ ਦੀ ਗੱਲ ਕਰ ਰਹੇ ਸੀ, ਇੱਕ ਧਾਰਮਿਕ ਪਰਸਨੈਲਿਟੀ ਸੀ, ਅਤੇ ਇੱਦਾਂ ਮਤਲਬ ਇੱਕ ਸੌਫਟ ਜਿਹਾ ਜਿਹੜਾ ਹੈਗਾ ਨਾ ਤਰੀਕਾ ਅਖਤਿਆਰ ਕਰਕੇ ਸੰਤ ਜਰਨੈਲ ਸਿੰਘ ਦੀ ਪਰਸਨੈਲਿਟੀ ਜਿਹੜੀ ਹੈਗੀ ਆ, ਜਿਹੜਾ ਇੱਕ ਬਿੰਬ ਆ ਉਹਨਾਂ ਦਾ, ਬਾਗੀ ਬਿੰਬ, ਜਿਹਦੇ ਤੋਂ ਸਿੱਖ ਨੌਜਵਾਨ ਪ੍ਰੇਰਨਾ ਲੈ ਰਹੇ ਨੇ, ਜਿਹੜਾ ਉਸਰਿਆ ਸ਼ਹਾਦਤ ਕਾਰਨ ਉਹਨਾਂ ਦੀ, ਅਤੇ ਉਹਨੂੰ ਖਤਮ ਕਰਨਾ ਚਾਹੁੰਦੇ ਨੇ। ਅਤੇ ਬਿਲਕੁਲ ਜਿਹੜਾ ਹੈਗਾ ਵਾ ਉਹ ਆਪਣੇ ਅੰਦਰ ਰਲਾ ਲੈਣਾ ਚਾਹੁੰਦੇ ਨੇ ਤਾਂ ਕਿ ਉਹ ਜਿਹੜੀ ਪ੍ਰੇਰਨਾ ਵਾਲੀ ਗੱਲ ਆ ਉਹ ਖਤਮ ਹੋ ਜਾਵੇ। ਅਤੇ ਜਿਹੜਾ ਖਾਲਸਾ ਪੰਥ ਦਾ ਨਾਇਕ 20ਵੀਂ ਸਦੀ ਦਾ, ਜਿਹਨੂੰ ਮਹਾਨ ਸਿੱਖ ਦਾ ਖਿਤਾਬ ਖਾਲਸਾ ਪੰਥ ਨੇ ਦਿੱਤਾ ਵਾ, ਉਹ ਵੀ ਜਿਹੜੇ ਬਾਕੀ ਟਰਾਈਬਲਸ ਨੇ ਜਾਂ ਹੋਰ ਸੱਭਿਆਚਾਰ ਸੀਗੇ ਜਾਂ ਧਰਮ ਸੀਗੇ, ਉਹਨਾਂ ਦੇ ਨਾਇਕ ਜਿੱਦਾਂ ਉਹਨਾਂ ਨੇ ਖਤਮ ਕਰ ਦਿੱਤੇ, ਇੱਦਾਂ ਹੀ ਇਹ ਨਾਇਕ ਵੀ ਜਿਹੜਾ ਹੈਗਾ ਵਾ ਉਹ ਖਤਮ ਕੀਤਾ ਜਾਵੇ। ਹਾਲਾਂਕਿ
ਇਹ ਕੋਈ ਸਖਾਲਾ ਕੰਮ ਨਹੀਂ ਹੈਗਾ। ਪਰ ਸਿੱਖਾਂ ਨੂੰ ਇੱਕ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਜੇ ਹੱਥ ਤੇ ਹੱਥ ਧਰ ਕੇ ਬੈਠੇ ਰਹਾਂਗੇ ਤਾਂ ਫਿਰ ਔਖਾ ਕੰਮ ਵੀ ਹੈ ਨਹੀਂ ਉਹਨਾਂ ਲਈ। ਨਾਅਰੇ ਲਾਓ ਉਹ ਠੀਕ ਆ, ਪਰ ਸੰਤ ਜਰਨੈਲ ਸਿੰਘ ਦੀ ਪਰਸਨੈਲਿਟੀ, ਸਾਡਾ ਸੰਘਰਸ਼, ਉਹਨੂੰ ਤੱਥਾਂ ਦੇ ਆਰ-ਪਾਰ ਜਾ ਕੇ ਦੇਖੋ ਤਾਂ ਕਿ ਸਾਨੂੰ ਸਮਝ ਲੱਗ ਸਕੇ ਕਿ ਉਹ ਲੜੇ ਕਿਸ ਕਰਕੇ ਆ, ਉਹਨਾਂ ਦੀ ਪਰਸਨੈਲਿਟੀ ਕੀ ਸੀਗੀ ਤੇ ਅੱਜ ਉਹਨਾਂ ਦੀ ਪਰਸਨੈਲਿਟੀ ਦੇ ਅਰਥ ਕੀ ਆ। ਫਿਰ ਅਸੀਂ ਜਾ ਕੇ ਜਿਹੜਾ ਹੈਗਾ ਵਾ ਉਹਨਾਂ ਦੀ ਪਰਸਨੈਲਿਟੀ ਨੂੰ ਬਚਾ ਸਕਾਂਗੇ ਤੇ ਉਧਰ ਰਲਣ ਤੋਂ, ਤੇ ਸਾਡਾ ਸੰਘਰਸ਼ ਵੀ ਜਿਹੜਾ ਹੈਗਾ ਵਾ ਉਹ ਬਿਲਕੁਲ ਪਾਏਦਾਰ ਤਰੀਕੇ ਦੇ ਨਾਲ ਅੱਗੇ ਚੱਲਦਾ ਰਹੂ। ਬਿਲਕੁਲ ਇਸ ਦੇ ਵਿੱਚ ਉਹ ਇੱਕ ਫੈਕਟਰੀ ਵੀ ਯੂਜ਼ ਕਰ ਜਾਂਦੇ ਆ ਕਿ ਜਿਵੇਂ ਕਾਂਗਰਸ ਆ ਵੀ ਉਸ ਸੰਘਰਸ਼ ਨੂੰ ਜਿਹੜੇ ਸਿੱਖਾਂ ਦਾ ਇੱਕ ਸੋਵਰਨ ਸਪਿਰਿਟ ਵਾਲਾ ਹਿੱਸਾ ਤੇ ਭਾਰਤੀ ਸਥਾਪਤੀ ਦਾ ਸੰਘਰਸ਼ ਜੋ ਦੋਵਾਂ ਦਾ ਟਕਰਾਅ ਆ, ਉਸ ਟਕਰਾਅ ਨੂੰ ਘਟਾ ਕੇ ਸੰਤ ਵਰਸਸ ਕਾਂਗਰਸ ਕਹਿ ਲਓ ਜਾਂ ਸਿੱਖਾਂ ਦਾ ਇੱਕ ਸੈਕਸ਼ਨ ਜਿਹੜਾ ਵੱਧ ਅਧਿਕਾਰ ਦੀ ਮੰਗ ਕਰਦਾ ਵੀ ਉਹਦੇ ਕਾਂਗਰਸ ਨਾਲ ਜਾਂ ਇੰਦਰਾ ਗਾਂਧੀ ਦੀ ਗਲਤੀ ਦੇ ਨਾਲ ਇਹ ਵਾਪਰਿਆ। ਪਰਸਨੈਲਿਟੀ ਕ੍ਰੈਸ਼ ਤੱਕ ਲੈ ਜਾਂਦੇ ਆ, ਮਤਲਬ ਉਸ ਚੀਜ਼ ਨੂੰ ਲੈ ਜਾਂਦੇ ਆ। ਬਿਲਕੁਲ ਇਹ ਜਿਹੜਾ ਤਰੀਕਾ, ਇਹ ਸਿੱਖਾਂ ਦੇ ਅੰਦਰ ਹਲੇ ਵੀ ਗੱਲ ਹੈਗੀ ਆ ਬਹੁਤ ਵੱਡੇ ਪੱਧਰ ਤੇ। ਜੋ ਅਕਾਲ ਤਖਤ ਸਾਹਿਬ ਤੇ ਉਹ ਲਿਖੀ, ਮੈਨੂੰ ਜਿੰਨਾ ਕੁ ਯਾਦ ਆ, ਜਿਹੜਾ ਸ਼ਹੀਦੀ ਅਸਥਾਨ ਤੇ ਲਿਖਿਆ ਗਿਆ, ਉਹ ਕਾਂਗਰਸ ਨੂੰ ਉੱਥੇ ਜਿਹੜਾ ਹੈਗਾ ਹਿੱਟ ਕੀਤਾ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਨੂੰ ਹਿੱਟ ਨਾ ਕਰੋ, ਪਰ ਕਾਂਗਰਸ ਕਿਹਦੀ ਜਮਾਤ ਆ, ਕਿਹਨੂੰ ਰਿਪਰੈਜ਼ੈਂਟ ਕਰਦੀ ਆ, ਕਿਉਂਕਿ ਸਟੇਟ ਤੇ ਸਮਾਜ, ਇਹਨਾਂ ਦੋਨਾਂ ਨੂੰ ਸਮਝਣਾ ਪਊਗਾ। ਸਟੇਟ ਤੇ ਸਮਾਜ ਦੇ ਰਿਸ਼ਤੇ ਨੂੰ, ਸਟੇਟ ਜਿਹੜਾ ਹੈਗਾ ਉਹਨੂੰ ਪੋਲੀਟੀਕਲ ਪਾਰਟੀਆਂ, ਉਹਦੀਆਂ ਇੰਟੈਲੀਜੈਂਸ ਏਜੰਸੀਆਂ, ਉਹਨਾਂ ਦੀ ਬਿਊਰੋਕ੍ਰੇਸੀ ਜਿਹੜਾ ਹੈਗਾ ਵਾ ਉਹ ਰਨ ਕਰਦੀ ਆ। ਸਮਾਜ ਉਹਦੀ ਤਾਕਤ ਆ। ਸਟੇਟ ਤੇ ਸਮਾਜ ਦਾ ਇੱਕ ਰਿਸ਼ਤਾ ਵਾ ਆਪਸ ਦੇ ਵਿੱਚ, ਜਿਹੜਾ ਬਹੁ ਗਿਣਤੀ ਦਾ ਜਿਹੜਾ ਬਹੁ ਗਿਣਤੀ ਸਮਾਜ ਆ, ਜਾਂ ਮੈਂ ਕਹਿੰਦਾ ਹੁੰਦਾ ਕਿ ਬਹੁ ਗਿਣਤੀ ਵਿਚਲੀ ਬਹੁ ਗਿਣਤੀ ਜਿਹੜੀ ਹੈਗੀ ਆ, ਉਹ ਸਟੇਟ ਨੂੰ ਤਾਕਤ ਦਿੰਦੀ ਆ। ਉਹਨੇ ਹੀ ਸਟੇਟ ਨੂੰ ਸਿਰਜਿਆ ਵਾ ਅਸਲ ਦੇ ਵਿੱਚ। ਤੇ ਜਿਹੜਾ ਇਹ ਮੰਨ ਲੈਣਾ ਕਿ ਉੱਥੇ ਕੋਈ ਚੇਂਜ ਆ ਜਾਊਗਾ, ਇੱਕ ਸਵਾਲ ਹੈ ਨਹੀਂ ਸੀ ਵੈਸੇ ਤੁਹਾਡਾ, ਇੱਕ ਜਿਹੜਾ ਮੰਨਣਾ ਵੀ ਚੇਂਜ ਆ ਜਾਊਗਾ, ਉਹ ਨਹੀਂ ਪੋਸੀਬਲ ਨਹੀਂ ਹੈਗਾ, ਕਿਉਂਕਿ ਲੀਡਰਸ਼ਿਪ ਉਸ ਸਮਾਜ 'ਚੋਂ ਹੀ ਆਉਣੀ ਆ। ਤੇ ਇਹ ਜਿਹੜੀ ਲੜਾਈ ਹੋਈ ਆ, ਇਹ ਇੰਡੀਅਨ ਸਟੇਟ, ਇੰਡੀਅਨ ਸਮਾਜ, ਬਹੁ ਗਿਣਤੀ ਵਿਚਲਾ ਬਹੁ ਗਿਣਤੀ ਦੇ ਨਾਲ ਸਿੱਖਾਂ ਦਾ ਸੰਘਰਸ਼ ਹੋਇਆ, ਨਾ ਕਿ ਕੋਈ ਪੋਲੀਟੀਕਲ ਵਿਸ਼ੇਸ਼ ਪਾਰਟੀ ਨਾਲ। ਕਾਂਗਰਸ ਉਹਨਾਂ ਨੂੰ ਰੀਪ੍ਰਜੈਂਟ ਕਰਦੀ ਸੀ, ਅੱਜ ਬੀਜੇਪੀ ਰੀਪ੍ਰਜੈਂਟ ਕਰਦੀ ਆ। ਹਾਈਬ੍ਰਿਡ ਨੈਸ਼ਨਲਿਜ਼ਮ ਜਿਹੜਾ ਆਪ ਦਾ, ਉਹ ਰੀਪ੍ਰਜੈਂਟ ਕਰਦਾ ਉਹਨੂੰ, ਜਿਹੜਾ ਕਿ ਇੰਡੀਅਨ ਨੈਸ਼ਨਲਿਜ਼ਮ ਤੇ ਹਿੰਦੂ ਨੈਸ਼ਨਲਿਜ਼ਮ ਦਾ ਦੋਗਲਾ ਰੂਪ ਆ। ਇਹਨੇ ਪ੍ਰਭਜੋਤ ਸਿੰਘ, ਇਹਨਾਂ ਨੇ ਜੋ ਸਿੱਖ ਸੰਘਰਸ਼ ਸ਼ੁਰੂ ਹੋ ਕੇ ਜਿੱਥੇ ਖੜਾ ਆ, ਉਹਦੀਆਂ ਬਹੁ ਪਰਤੀ ਕਹਿ ਸਕਦੇ ਹਾਂ, ਸਮੱਸਿਆਵਾਂ ਕਹਿ ਲਓ ਭਾਵੇਂ, ਉਹਦੀਆਂ ਤਹਿਵਾਂ ਸਾਰੀਆਂ ਫਰੋਲੀਆਂ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਚੈਨਲ ਦੇ ਉੱਤੇ ਆਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।